ਹੈਲੋ एवरीवन ਗਿਲਸ ਮੰਟੋਰ ਦੇ ऑफिशियल यूट्यूब ਚੈਨਲ ਤੇ ਤੁਹਾਡਾ ਸਵਾਗਤ ਹੈ। ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਦੇ ਅਕਾਊਂਟਸ ਦਾ ਲੈਕਚਰ 7ਵਾਂ ਦੇਖਣ ਲੱਗੇ ਹਾਂ। ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਪਿਛਲੇ 2 ਲੈਕਚਰ ਵਿੱਚ ਤੁਹਾਨੂੰ ਮੈਂ ਕੁਝ ਕੁਐਸਚਨ ਪੁੱਛੇ ਸੀ, ਉਹਦਾ ਅੱਜ ਅਸੀਂ ਆਨਸਰ ਦੇਖਾਂਗੇ। ਪਹਿਲਾ ਕੁਐਸਚਨ ਇਹ ਸੀ, ਮਿਸਟਰ ਐਕਸ ਸੋਲਡ ਗੁੱਡਸ ਮਿਸਟਰ ਵਾਈ ਐਂਡ ਆਸਕ ਮਿਸਟਰ ਐਕਸ ਟੂ ਕੀਪ ਦ ਗੁੱਡਸ ਵਿਦ ਹਿਮ ਫॉर ਸਮ ਟਾਈਮ। ਐਕਸ ਨੇ ਗੁੱਡਸ ਸੇਲ ਕੀਤੇ। ਗੁੱਡਸ ਕੀ ਹੁੰਦੇ ਆ? ਪ੍ਰੋਡਕਟਸ। ਕੋਈ ਵੀ ਬਿਜ਼ਨਸ, ਜਿੱਦਾਂ ਤੁਸੀਂ ਬਿਜ਼ਨਸ ਕਰਦੇ ਹੋ ਉਹ ਤੁਸੀਂ ਮਿਸਟਰ ਵਾਈ ਨੂੰ ਸੇਲ ਕੀਤੇ, ਠੀਕ ਹੈ। ਵਾਈ ਨੂੰ ਸੇਲ ਕੀਤੇ ਤਾਂ ਅੱਗੋਂ ਮਿਸਟਰ ਐਕਸ ਨੂੰ ਵਾਈ ਕਹਿੰਦਾ ਕਿ ਤੁਸੀਂ ਹਲੇ ਗੁੱਡਸ ਆਪਣੇ ਕੋਲ ਹੀ ਰੱਖੋ, ਹਲੇ ਮੇਰੇ ਤੁਹਾਡੇ ਗੋਡਾਊਨ 'ਚ ਮੈਂ ਚੱਕਣ ਨਹੀਂ ਵਾਲਾ। ਜਦੋਂ ਮੇਰੇ ਕੋਲ ਇੱਕ ਫੈਸਿਲਿਟੀ ਹੋ ਜਾਏਗੀ, ਜਦੋਂ ਮੇਰੇ ਕੋਲ ਇੱਕ ਸਪੇਸ ਹੋ ਜਾਏਗੀ, ਮੈਂ ਉਦੋਂ ਚੱਕ ਲਾਂਗਾ ਤੁਹਾਡੇ ਤੋਂ, ਠੀਕ ਹੈ। ਉਦੋਂ ਤੱਕ ਐਸੀ ਡਿਲੀਵਰੀ ਨੂੰ ਆਪਾਂ ਕੀ ਕਵਾਂਗੇ? ਐਸੀ ਡਿਲੀਵਰੀ ਨੂੰ ਆਪਾਂ ਕਵਾਂਗੇ ਸਿੰਬੋਲਿਕ ਡਿਲੀਵਰੀ, ਠੀਕ ਹੈ ਫਰੈਂਡਸ। ਇਹਨੂੰ ਸਿੰਬੋਲਿਕ ਡਿਲੀਵਰੀ ਕਹਿੰਦੇ ਆ। ਤਾਂ ਨੈਕਸਟ ਕੁਐਸਚਨ ਇਹ ਸੀ, ਅ ਵਿਡਰਾਲ ਆਫ ਕੈਸ਼ ਫਰੋਮ ਬਿਜ਼ਨਸ ਬਾਏ ਦਾ ਪ੍ਰੋਵਾਈਡਰ ਸ਼ੁੱਡ ਵੀ ਕ੍ਰੈਡਿਟ ਟੂ। ਕਿਹਨੂੰ ਕ੍ਰੈਡਿਟ ਕਰਾਂਗੇ ਆਪਾਂ? ਤਾਂ ਪਹਿਲੇ ਇਹ ਸਮਝੋ ਕਿ ਨੋਨ ਕਮਰਸ ਸਟੂਡੈਂਟ ਵਾਲੇ ਇਹ ਸਮਝਣ ਕਿ ਜਿਹੜਾ ਕੈਸ਼ ਹੈ ਕੀ ਹੋਇਆ। ਵਿਡਰਾਲ ਦਾ ਮਤਲਬ ਕੀ ਹੋਇਆ? ਪੈਸਾ ਕਢਾਇਆ। ਕਿੱਥੋਂ ਕਢਾਇਆ? ਬਿਜ਼ਨਸ 'ਚੋਂ ਕਢਾਇਆ। ਇਹ 'ਚ ਕਿਹੜਾ ਕੰਸੈਪਟ ਲੱਗ ਗਿਆ? ਬਿਜ਼ਨਸ ਐਂਟੀਟੀ ਕੰਸੈਪਟ ਲੱਗ ਗਿਆ। ਬਿਜ਼ਨਸ ਐਂਟੀਟੀ ਕੰਸੈਪਟ ਕੀ ਕਹਿੰਦਾ ਹੈ ਕਿ ਪਰਸਨ ਅਤੇ ਉਹਦਾ ਬਿਜ਼ਨਸ ਅਲੱਗ-ਅਲੱਗ ਚੀਜ਼ ਹੈ। ਪਰਸਨ ਦੇ ਜਿੰਨੇ ਵੀ ਐਕਸਪੈਂਸ ਹੈ, ਆਪਣੇ ਸੈਲਫ ਉੱਪਰ ਕੀਤੇ ਖਰਚੇ, ਆਪਣੇ ਪਰਿਵਾਰ ਉੱਪਰ ਕੀਤੇ ਖਰਚੇ ਦਾ ਜੋੜ ਤੁਸੀਂ ਬਿਜ਼ਨਸ ਵਿੱਚ ਨਹੀਂ ਜੋੜ ਸਕਦੇ, ਅਤੇ ਬਿਜ਼ਨਸ ਦਾ ਖਰਚਾ ਆਪਣੇ ਨਾਲ ਨਹੀਂ ਜੋੜ ਸਕਦੇ। ਜੇ ਤੁਹਾਨੇ ਬਿਜ਼ਨਸ 'ਚੋਂ ਪੈਸਾ ਕਢਾਇਆ ਤਾਂ ਤੁਹਾਨੇ ਪੇ ਵੀ ਕਰਨਾ ਹੈ। ਤੁਹਾਡਾ ਇੱਕ ਖਰਚਾ ਹੈ, ਉਹ ਤੁਹਾਨੂੰ ਅਕਾਊਂਟ 'ਚ ਦਿਖਾਉਣਾ ਪਏਗਾ। ਉਹ ਡਰਾਇੰਗਸ ਹੋਣਗੀਆਂ, ਪਰਸਨਲ ਯੂਜ਼ ਲਈ ਕੱਢੇ, ਆਪਣੇ ਲਈ ਕੱਢੇ ਹੈ, ਉਹ ਡਰਾਇੰਗਸ ਹੋ ਜਾਣਗੀਆਂ। ਸਪੋਜ਼ ਕਰੋ ਤੁਸੀਂ ਕੋਈ ਬਿਜ਼ਨਸ ਕਰਦੇ ਹੋ, ਕਿਸੇ ਚੀਜ਼ ਦੀ ਤੁਹਾਨੂੰ ਦੁਕਾਨ ਖੋਲ੍ਹੀ ਹੈ, ਤਾਂ ਉਸ ਦੁਕਾਨ ਦਾ ਕੰਮ ਤੁਹਾਡੇ ਆਪਣੇ ਪਰਸਨਲ ਨਾਲ ਤਾਂ ਲੱਗ ਹੀ ਹੈ ਨਾ। ਤੁਸੀਂ ਕਿਸੇ ਚੀਜ਼ ਦਾ ਵੀ ਕੰਮ ਖੋਲ੍ਹ ਰਹੇ ਹੋ, ਕਰਿਆਨੇ ਦਾ ਕੰਮ ਖੋਲ੍ਹ ਲਿਆ ਤੁਹਾਨੇ, ਕਰਿਆਨੇ ਦਾ ਕੰਮ ਖੋਲ੍ਹ ਲਿਆ, ਕਰਿਆਨੇ ਦੀ ਜਿੰਨੀ ਵੀ ਚੀਜ਼ਾਂ ਚਾਹੀਦੀਆਂ ਉਹਦੀ ਤੁਸੀਂ ਇੱਕ ਲਿਸਟ ਬਣਾਉਂਦੇ ਹੋ। ਉਹਦੀ ਲਿਸਟ ਵਿੱਚ ਆਪਣਾ ਵੀ ਨਾਲ ਦਾ ਦੇਖਦੇ ਹੋ ਕਿ ਮੇਰਾ ਆਟਾ ਕਿੰਨੇ ਦਾ ਆਏਗਾ ਘਰ ਦਾ, ਤਾਂ ਮੇਰਾ ਕਿੰਨਾ ਖਰਚਾ ਹੋਏਗਾ, ਮਤਲਬ ਤਾਂ ਉਹਨੂੰ ਵੀ ਨਾਲ ਇੰਕਲੂਡ ਕਰਦੇ ਹੋ। ਨਹੀਂ ਨਾ, ਉਹਦਾ ਅਲੱਗ ਹੁੰਦਾ, ਬਿਜ਼ਨਸ ਦਾ ਅਲੱਗ ਹੁੰਦਾ, ਅਸੀਂ ਅਲੱਗ ਹੁੰਦੇ ਹਾਂ। ਤਾਂ ਬਿਜ਼ਨਸ ਇੱਕ ਤਰ੍ਹਾਂ ਦਾ ਆਪਣੇ ਆਪ 'ਚ ਇੱਕ ਅਲੱਗ ਐਂਟੀਟੀ ਹੈ, ਉਸ ਨੂੰ ਬੰਦੇ ਨਾਲ ਨਹੀਂ ਜੋੜਿਆ ਜਾ ਸਕਦਾ। ਤਾਂ ਉਰੇ ਸੇਮ, ਤਾਂ ਉਰੇ ਕੀ ਹੋਏਗਾ? ਉਰੇ ਹੋਏਗਾ ਡਰਾਇੰਗਸ, ਮਤਲਬ ਡਰਾਇੰਗਸ ਅਕਾਊਂਟ ਡੈਬਿਟ, ਠੀਕ ਹੈ। ਡਰਾਇੰਗਸ ਅਕਾਊਂਟ ਡੈਬਿਟ ਸਾਡੇ ਕੋਲ ਅਸੀਂ ਪਰਸਨਲ ਯੂਜ਼ ਕੀਤਾ, ਯਾਨੀ ਕਿ ਐਕਸਪੈਂਸਿਸ ਕੀਤੇ ਆਪਾਂ ਨੇ, ਐਕਸਪੈਂਸਿਸ ਕੀਤੇ। ਐਕਸਪੈਂਸਿਸ ਨੂੰ ਹਮੇਸ਼ਾ ਡੈਬਿਟ ਕਰੀਦਾ, ਖਰਚਾ ਕੀਤਾ ਆਪਾਂ ਨੇ ਇੱਕ ਤਰ੍ਹਾਂ ਨਾਲ, ਟੂ ਕੈਸ਼ ਅਕਾਊਂਟ, ਠੀਕ ਹੈ ਫਰੈਂਡਸ। ਡਰਾਇੰਗਸ ਇੱਕ ਤਰ੍ਹਾਂ ਦਾ ਖਰਚਾ ਸਾਡਾ। ਕੈਸ਼ ਕੀ ਹੈ? ਪੈਸਾ ਗਿਆ ਸਾਡੇ ਹੱਥੋਂ, ਸਾਡੇ ਬਿਜ਼ਨਸ 'ਚੋਂ ਗਿਆ ਪੈਸਾ, ਬਿਜ਼ਨਸ 'ਚੋਂ ਇੱਕ ਤਰ੍ਹਾਂ ਨਾਲ ਪੈਸਾ ਗਿਆ, ਤੁਸੀਂ ਜਿੰਨਾ ਵੀ ਕਢਾਇਆ। ਕਈ ਵਾਰੀ ਤਾਂ ਐਸਾ ਹੁੰਦਾ ਕਿ ਡਰਾਇੰਗ 'ਚ ਆਪਾਂ ਕਈ ਵਾਰੀ ਬਿਜ਼ਨਸ 'ਚੋਂ ਪੈਸਾ ਕਢਾ ਲੈਂਦੇ, ਉਹਦੇ ਉੱਪਰ ਇੰਟਰਸਟ ਵੀ ਦੇਣਾ ਪੈਂਦਾ। ਜਦੋਂ ਵੱਡੀ ਕੰਪਨੀਜ਼ 'ਚ ਹੁੰਦਾ ਨਾ, ਤਾਂ ਉਸ ਦੇ ਵਿੱਚ ਜਦੋਂ ਆਪਾਂ ਪੈਸਾ ਕਢਾਉਂਦੇ ਹਾਂ ਉਹਦਾ ਇੰਟਰਸਟ ਵੀ ਦੇਣਾ ਪੈਂਦਾ, ਇੰਟਰਸਟ ਔਨ ਡਰਾਇੰਗਸ, ਉਹ ਵੀ ਲੱਗਦਾ, ਸਾਡੀ ਪੂੰਜੀ 'ਚੋਂ ਹੀ ਮਾਈਨਸ ਹੁੰਦਾ, ਠੀਕ ਹੈ ਫਰੈਂਡਸ। ਤਾਂ ਉਰੇ ਕੀ ਆ ਜਾਏਗਾ? ਕ੍ਰੈਡਿਟ ਕਿਹਨੂੰ ਕਰਾਂਗੇ? ਸੀ, ਕੈਸ਼ ਅਕਾਊਂਟ ਨੂੰ। ਡਰਾਇੰਗਸ ਅਕਾਊਂਟ ਡੈਬਿਟ ਟੂ ਕੈਸ਼ ਅਕਾਊਂਟ। ਤਾਂ ਮੈਂ ਅੱਜ ਅੱਗੇ ਅੱਜ ਅਸੀਂ ਕੀ ਕਰਨਾ? ਅਸੀਂ ਅੱਜ ਟਰਾਇਲ ਬੈਲੈਂਸ ਕਰਨਾ। ਪਿੱਛੇ ਆਪਾਂ ਕੀ ਕਰਕੇ ਆਏ ਹਾਂ? ਆਪਾਂ ਜਰਨਲ ਕਰਕੇ ਆਏ ਹਾਂ, ਲੈਜਰ ਕਰਕੇ ਆਏ ਹਾਂ। ਲੈਜਰ ਕਰਨ ਤੋਂ ਬਾਅਦ ਮੈਂ ਸਬਸਿਡਰੀ ਬੁੱਕਸ ਕਰਾਈਆਂ ਤੁਹਾਨੂੰ। ਸਬਸਿਡਰੀ ਬੁੱਕ ਨਾਲ ਕਹੇ ਤੁਸੀਂ ਨਾਲ ਹੀ ਮਤਲਬ ਤੁਹਾਨੂੰ ਇੱਕ ਈਜ਼ੀ ਰਹੇਗਾ ਤੁਹਾਨੂੰ ਸਮਝਣਾ ਕਿ ਕਿਹੜੀ ਚੀਜ਼ ਕ੍ਰੈਡਿਟ 'ਤੇ ਹੁੰਦੀ ਹੈ, ਕਿਹੜੀ ਚੀਜ਼ ਕੈਸ਼ 'ਤੇ ਜਾਂਦੀ ਹੈ, ਕਿਹੜੀ ਬੁੱਕਸ ਹੁੰਦੀਆਂ, ਠੀਕ ਹੈ। ਉਸ ਤੋਂ ਕਰਨ ਤੋਂ ਪਹਿਲਾਂ ਮੇਰੀ ਉਹਨਾਂ ਨਾਲ ਜਿਹੜੇ ਨੋਨ ਕਮਰਸ ਸਟੂਡੈਂਟਸ ਹੈ ਉਹਨਾਂ ਨਾਲ ਮੇਰੀ ਇੱਕ ਮੇਰੀ ਰਿਕੁਐਸਟ ਹੈ ਕਿ ਜਦੋਂ ਵੀ ਤੁਸੀਂ ਅਕਾਊਂਟਸ ਨੂੰ ਪੜ੍ਹਨਾ ਨਾ, ਤਾਂ ਤੁਹਾਨੂੰ ਰਿਲੇਟ ਕਰਕੇ ਪੜ੍ਹਨਾ। ਬਾਕੀ ਜੇ ਤੁਹਾਨੂੰ ਨਹੀਂ ਸਮਝ ਆਉਂਦਾ ਤਾਂ ਮੈਂ ਬਾਰ ਚੀਜ਼ ਨੂੰ ਸਮਝਾਵਾਂਗਾ, ਤੁਹਾਨੂੰ ਚਿੰਤਾ ਕਰਨ ਦੀ ਬਿਲਕੁਲ ਲੋੜ ਨਹੀਂ ਹੈ। ਐਸਾ ਨਹੀਂ ਹੈ ਕਿ ਮੈਂ ਸਿਰਫ ਪੜ੍ਹਾ ਕੇ ਨਿਕਲ ਜਾਵਾਂ, ਠੀਕ ਹੈ ਨਾ। ਮੈਂ ਸਮਝਾਵਾਂਗਾ ਤੁਹਾਨੂੰ, ਬਾਰ ਸਮਝਾਵਾਂ, ਈਜ਼ੀ ਵੇ ਨਾਲ ਸਮਝਾਵਾਂ। ਅੱਜ ਅਸੀਂ ਜਦੋਂ ਮੈਂ ਤੁਹਾਨੂੰ ਟਰਾਇਲ ਬੈਲੈਂਸ ਕਰਾਉਣ ਤੋਂ ਪਹਿਲਾਂ ਸਾਰਾ ਰਿਵੀਜ਼ਨ ਕਰਾਂਗੇ ਆਪਾਂ, ਤੁਹਾਨੂੰ ਸਮਝ ਆਏਗਾ। ਤਾਂ ਧਿਆਨ ਨਾਲ ਸੁਣਿਓ, ਮੈਂ ਅੱਜ ਰਿਵੀਜ਼ਨ ਵੀ ਨਾਲ ਕਰਾਵਾਂਗਾ। ਪਹਿਲੇ ਰਿਵੀਜ਼ਨ ਹੋਏਗੀ, ਉਸ ਤੋਂ ਬਾਅਦ ਟੌਪਿਕ ਸਟਾਰਟ ਹੋਏਗਾ, ਕਿਉਂਕਿ ਟਰਾਇਲ ਬੈਲੈਂਸ ਤੋਂ ਪਹੁੰਚਣ ਤੋਂ ਪਹਿਲਾਂ ਜੋ ਅਸੀਂ ਹੁਣ ਤੱਕ ਕਰਦੇ ਆਏ ਹਾਂ ਉਹ ਸਾਰਾ ਦੇਖਾਂਗੇ ਆਪਾਂ ਹੁਣ ਪਹਿਲੇ, ਠੀਕ ਹੈ ਫਰੈਂਡਸ। ਨੋ ਕਮਰਸ ਵਾਲੇ ਸਟੂਡੈਂਟਸ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਅਤੇ ਕਮਰਸ ਸਟੂਡੈਂਟ ਨੂੰ ਕਿਰਪਾ ਕਰਕੇ ਧਿਆਨ ਰੱਖਣ ਦੀ ਲੋੜ ਹੈ ਕਿ ਅਸੀਂ ਨੋਨ ਕਮਰਸ ਸਟੂਡੈਂਟ ਨੂੰ ਵੀ ਨਾਲ ਲੈ ਕੇ ਚੱਲਣਾ, ਠੀਕ ਹੈ ਫਰੈਂਡਸ। ਇਹ ਮੇਰੀ ਡਿਊਟੀ ਬਣਦੀ ਹੈ। ਚਲੋ ਅਸੀਂ ਅੱਜ ਦੇਖਦੇ ਹਾਂ ਕਿ ਅਕਾਊਂਟਿੰਗ ਸਾਈਕਲ। ਹੁਣ ਆਪਾਂ ਸਭ ਤੋਂ ਪਹਿਲੇ ਗੱਲ ਕਰਦੇ ਹਾਂ ਅਕਾਊਂਟਸ ਕਿਹਨੂੰ ਕਹਾਂਗੇ ਆਪਾਂ?
ਅਕਾਊਂਟਸ ਨੂੰ ਕਿਹਨੂੰ ਕਵਾਂਗੇ ਆਪਾਂ? ਰੋਜ਼ ਦਾ ਆਪਾਂ ਕੋਈ ਬਿਜ਼ਨਸ ਸਟਾਰਟ ਕੀਤਾ ਹੈ, ਉਹ ਬਿਜ਼ਨਸ ਸਟਾਰਟ ਕੀਤਾ ਕਿਤੇ ਛੋਟੇ ਦਰ 'ਤੇ ਸਟਾਰਟ ਕੀਤਾ ਹੈ, ਤਾਂ ਤੁਹਾਨੂੰ ਪਤਾ ਹੁੰਦਾ ਕਿ ਅਸੀਂ ਇੰਨਾ ਮਾਲ ਵੇਚਦੇ ਹਾਂ, ਇੰਨਾ ਖਰੀਦਦੇ ਹਾਂ। ਤੁਸੀਂ ਛੋਟੀ ਟ੍ਰਾਂਜੈਕਸ਼ਨ ਕਰ ਲਓਗੇ, ਤੁਸੀਂ ਆਪਣਾ ਬਿਜ਼ਨਸ ਵਧਾਓਗੇ ਤਾਂ ਅਸੀਂ ਨਾ, ਜਦੋਂ ਆਪਣਾ ਬਿਜ਼ਨਸ ਵਧਾਓਗੇ ਤਾਂ ਉਧਾਰੀ ਵੀ ਕਰੋਗੇ, ਅਤੇ ਜਦੋਂ ਉਧਾਰੀ ਕਰੋਗੇ 10 ਬੰਦੇ 15 ਬੰਦੇ, ਤਾਂ 15 ਬੰਦਿਆਂ ਨੂੰ ਯਾਦ ਰੱਖ ਲਓਗੇ ਜੇ ਉਹਨਾਂ ਦਾ ਰੋਜ਼ ਦਾ ਆਉਣਾ ਜਾਣਾ ਹੋਇਆ। ਕਦੀ ਕੈਸ਼ ਦੇ ਤਾ, ਕਦੀ ਨਹੀਂ ਦਿੱਤਾ, ਕਦੀ ਇੰਨੀ ਲਿਸਟ ਦਾ ਕੈਸ਼ ਦੇ ਤਾ, ਇੰਨੀ ਦਾ ਨਹੀਂ ਦਿੱਤਾ, ਤਾਂ ਉਹਦਾ ਤੁਸੀਂ ਕਿਵੇਂ ਰੱਖੋਗੇ ਹਿਸਾਬ ਕਿਤਾਬ? ਪ੍ਰੋਪਰ ਬੁੱਕਸ ਬਣਾਓਗੇ ਨਾ, ਇਸ ਬੰਦੇ ਦੇ ਨਾਮ ਬੁੱਕਸ ਬਣਾਓਗੇ ਕਿ ਇਸ ਬੰਦੇ ਤੋਂ ਮੈਂ ਇੰਨੇ ਪੈਸੇ ਲੈਣੇ ਨੇ ਅਤੇ ਇੰਨੇ ਉਹ ਦੇ ਗਿਆ, ਇੰਨੇ ਮੈਂ ਲੈਣੇ ਨੇ, ਠੀਕ ਹੈ ਨਾ? ਤਾਂ ਉਸ ਲਈ ਵੀ ਅਸੀਂ ਅਕਾਊਂਟਸ ਮੇਨਟੇਨ ਕਰਦੇ, ਇਹਨੂੰ ਹੀ ਅਕਾਊਂਟਸ ਕਹਿੰਦੇ ਹੈ। ਕਿੰਨਾ ਅਸੀਂ ਕਿਸੇ ਤੋਂ ਲੈਣਾ ਹੈ, ਕਿੰਨਾ ਅਸੀਂ ਦੇਣਾ, ਸਾਡਾ ਟੋਟਲ ਖਰਚਾ ਕਿੰਨਾ ਹੋਏਗਾ, ਅਸੀਂ ਕਿੰਨੇ ਤੋਂ ਕਿੰਨਾ ਪੈਸਾ ਲੈਣਾ ਹੈ, ਅਸੀਂ ਕਿੰਨੇ ਨੂੰ ਕਿੰਨਾ ਪੈਸਾ ਦੇਣਾ ਹੈ, ਉਹਦੀ ਆਪਾਂ ਪ੍ਰੋਪਰ ਬੁੱਕਸ ਮੇਨਟੇਨ ਕਰਦੇ ਹਾਂ। ਨਾ। ਅਕਾਊਂਟਿੰਗ ਕੀ ਕਹਿੰਦੀ ਹੈ? ਰਿਕਾਰਡ ਕਰਨਾ, ਕਲਾਸੀਫਾਈ ਕਰਨਾ, ਸਮਰਾਈਜ਼ ਕਰਨਾ, ਇੰਟਰਪ੍ਰੀਟੇਟ ਕਰਨਾ, ਐਨਾਲਾਈਜ਼ ਕਰਨਾ। ਰਿਕਾਰਡ ਕਰਨਾ ਮਤਲਬ ਕਿ ਜਿਹੜਾ ਨੋਰਮਲ ਬੰਦਾ, ਕੋਈ ਬੰਦਾ ਹੈ, ਉਹ ਆਪਣੀ ਬੁੱਕਸ 'ਚ ਰਿਕਾਰਡ ਕਰ ਰਿਹਾ, ਭਾਵੇਂ ਉਹ ਫਾਰਮੂਲਾ ਯੂਜ਼ ਨਹੀਂ ਕਰ ਰਿਹਾ, ਸਿੰਪਲ ਆਪਣੇ ਤਰੀਕੇ ਨਾਲ ਕਰ ਰਿਹਾ, ਮਗਰ ਕਰ ਤਾਂ ਰਿਹਾ ਨਾ ਉਹ। ਜਿਹੜਾ ਕੋਈ ਵੱਡਾ ਬਿਜ਼ਨਸ ਦਾ ਹੁੰਦਾ ਉਹ ਪ੍ਰੋਫੈਸ਼ਨਲ ਬੰਦਾ ਹੋ ਜਾਂਦਾ ਇੱਕ ਤਰ੍ਹਾਂ ਨਾਲ, ਮਤਲਬ ਵੱਡੀ ਕੰਪਨੀ ਦਾ ਹੋ ਜਾਂਦਾ, ਉਸਨੂੰ ਫੋਲੋ ਕਰਨਾ ਪੈ ਜਾਂਦਾ। ਕਿ ਜਿਹੜਾ ਛੋਟਾ ਦੁਕਾਨਦਾਰ ਹੁੰਦਾ ਉਹ ਆਪਣੀ ਬੁੱਕਸ ਵਿੱਚ ਰੱਖਦਾ ਕਿ ਇਹ ਇੰਨੇ ਬੰਦੇ 'ਤੇ ਇੰਨਾ ਅਕਾਊਂਟ ਹੈ, ਮਤਲਬ ਕਿ ਤੁਸੀਂ ਜਿਵੇਂ ਮਰਜ਼ੀ ਕਹਿ ਲਓ, ਰਿਕਾਰਡ ਤਾਂ ਸਾਰਿਆਂ ਨੂੰ ਕਰਨਾ ਪਏਗਾ ਨਾ। ਕਲਾਸੀਫਾਈ ਵੀ ਕਰਨਾ ਪਏਗਾ ਕਿ ਇਸ ਬੰਦੇ ਦੇ ਨਾਮ ਇੰਨੇ ਪੈਸੇ ਹੈ, ਇਸ ਬੰਦੇ ਦੇ ਨਾਮ ਇੰਨੇ ਪੈਸੇ ਹੈ, ਤਾਂ ਫਿਰ ਸਮਰਾਈਜ਼ ਵੀ ਕਰਨਾ ਪਏਗਾ ਕਿ ਟੋਟਲ ਤੁਹਾਡਾ ਇੰਨਾ ਬਣ ਗਿਆ। ਅਤੇ ਫਿਰ ਐਨਾਲਾਈਜ਼ ਕਰਨਾ ਪਏਗਾ, ਆਹ ਦੇਖੋ ਭਾਈ ਜੇ ਤੁਸੀਂ ਇੰਨੇ ਪੈਸੇ ਦਿੱਤੇ ਸੀ ਅਤੇ ਇੰਨੇ ਤੁਹਾਡੇ ਰਹਿ ਗਏ, ਇਹ ਤੁਸੀਂ ਖਰਚਾ ਦੇ ਦਿਓ। ਜੇ ਤੁਸੀਂ ਨਹੀਂ ਕਰੋਗੇ ਤਾਂ ਤੁਹਾਡਾ ਝਗੜਾ ਹੋ ਜਾਏਗਾ ਆਪਣੇ ਉਹ ਕਸਟਮਰਾਂ ਨਾਲ, ਕਿ ਉਹ ਕਹਿਣਗੇ ਨਹੀਂ ਜੀ ਮੈਨੂੰ ਤੁਹਾਨੂੰ ਇੰਨਾ ਪੈਸਾ ਦੇਣਾ ਸੀ, ਉਹ ਕਹਿੰਦੇ ਨਹੀਂ ਤੁਸੀਂ ਇੰਨਾ ਦੇਣਾ ਸੀ, ਤਾਂ ਤੁਹਾਡਾ ਝਗੜਾ ਹੋ ਜਾਏਗਾ ਨਾ ਇਹਨਾਂ ਨਾਲ। ਤਾਂ ਇਸ ਨੂੰ ਸਾਰਿਆਂ ਦੇ ਡਿਸਪਿਊਟਸ ਨੂੰ ਖ਼ਤਮ ਕਰਨ ਲਈ ਅਸੀਂ ਅਕਾਊਂਟਸ ਮੇਨਟੇਨ ਕਰਦੇ ਹਾਂ। ਅਕਾਊਂਟਸ ਮੇਨਟੇਨ ਇਸ ਲਈ ਵੀ ਕੀਤਾ ਜਾਂਦਾ ਕਿ ਸਾਡੇ ਜਿਹੜੇ ਟੈਕਸ ਹੈ, ਸਪੋਜ਼ ਕਰੋ ਅਸੀਂ ਪ੍ਰੋਪਰ ਅਕਾਊਂਟਸ, ਜੇ ਕੋਈ ਪ੍ਰੋਫੈਸ਼ਨਲ 'ਚ ਹੈ ਤਾਂ ਆਪਾਂ ਸੇਲ ਟੈਕਸ ਵੀ ਭਰਦੇ ਹਾਂ, ਵੈਟ ਟੈਕਸ ਵੀ ਭਰ ਲੈਂਦੇ ਹਾਂ। ਤਾਂ ਉਹ ਕਿਉਂ ਭਰਦੇ ਹਾਂ? ਸਾਨੂੰ ਅਕਾਊਂਟਸ ਨੂੰ ਦੇਖ ਕੇ ਹੀ ਭਰਦੇ ਹਾਂ ਨਾ, ਆਪਾਂ ਖਰਚਾ ਦੇਖ ਕੇ ਹੀ ਭਰਦੇ ਹਾਂ ਨਾ। ਅਸੀਂ ਮੁਨਾਫਾ ਵੀ ਤਾਂ ਕਮਾਉਣਾ ਹੈ, ਮੁਨਾਫਾ ਕਮਾਉਣ ਸਾਨੂੰ ਕਿਵੇਂ ਪਤਾ ਲੱਗੇਗਾ? ਐਵੇਂ ਥੋੜ੍ਹਾ ਕਿ ਪੈਸੇ ਆਈ ਜਾ ਰਹੇ ਜਾਈ ਜਾ ਰਹੇ, ਤੁਹਾਨੂੰ ਕਿਵੇਂ ਪਤਾ ਲੱਗੇਗਾ? ਸਾਨੂੰ ਮੇਨਟੇਨ ਕਰਨੇ ਪੈਣਗੇ ਅਕਾਊਂਟਸ, ਮਤਲਬ ਕਿ ਬਈ ਖਾਤੇ ਮੇਨਟੇਨ ਕਰਨੇ ਪੈਣਗੇ, ਤਾਂ ਹੀ ਤੁਹਾਨੂੰ ਪਤਾ ਲੱਗੇਗਾ ਕਿ ਕੀ ਆਇਆ ਕੀ ਗਿਆ। ਹੁਣ ਕੋਈ ਕਰਿਆਨੇ ਦਾ ਕੰਮ ਹੈ, ਕਰਿਆਨੇ ਦੇ ਜਿੰਨੇ ਵੀ ਸਮਾਨ ਹੁੰਦਾ, ਪਰਚੇਸਿਸ ਹੁੰਦੀ ਹੈ, ਉਹਦਾ ਪੂਰਾ ਹਿਸਾਬ ਲਾਉਣਾ ਪੈਂਦਾ ਨਾ ਕਿ ਕਿੰਨੇ ਪ੍ਰੋਡਕਟਸ ਆ ਗਏ, ਇਹ ਪ੍ਰੋਡਕਟਸ ਇੰਨੇ ਵੈਲਿਊ ਦੇ ਸੀ, ਉਹ ਐਸੈਟਸ ਹੋ ਗਏ, ਇੰਨੇ ਵੈਲਿਊ ਦੇ ਐਸੈਟ ਆਏ ਆ ਸਾਡੇ ਕੋਲ, ਉਹਨੂੰ ਐਸੈਟ ਕਹਿੰਦੇ ਆ। ਸਿੰਪਲ ਜਿਹੜਾ ਤੁਸੀਂ ਆਪਾਂ ਕਿਸੇ ਨਾਲ ਦਾ ਆਪਾਂ ਇਨਵਾਇਰਮੈਂਟ ਦੇਖਾਂਗੇ ਨਾ, ਤੁਹਾਨੂੰ ਪਤਾ ਲੱਗੇਗਾ ਕਿ ਸਾਡੇ ਆਲੇ ਦੁਆਲੇ ਜਿਹੜਾ ਉਹ ਕਾਊਂਟਸ ਹੀ ਕਰ ਰਹੇ ਹੈ। ਉਹ ਅਲੱਗ ਗੱਲ ਹੈ, ਕੋਈ ਛੋਟੇ ਦਰ 'ਤੇ ਕਰ ਰਿਹਾ ਹੁੰਦਾ, ਕੋਈ ਵੱਡੇ ਦਰ 'ਤੇ ਕਰ ਰਿਹਾ ਹੁੰਦਾ, ਕਰਨਾ ਉਹਨੇ ਅਕਾਊਂਟਸ ਹੀ ਹੈ। ਇਹ ਪੂਰਾ ਸਾਈਕਲ ਹੁੰਦਾ, ਜਦੋਂ ਅਸੀਂ ਹੁਣ ਅੱਗੇ ਪੜ੍ਹਾਂਗੇ ਅਕਾਊਂਟਿੰਗ ਸਾਈਕਲ ਹੁੰਦਾ। ਪਹਿਲੇ ਕੀ ਕਰਨਾ ਹੁੰਦਾ? ਸਭ ਤੋਂ ਪਹਿਲਾ ਸਟੈਪ ਕੀ ਹੈ? ਆਈਡੈਂਟੀਫਾਈ ਕਰਨਾ ਟ੍ਰਾਂਜੈਕਸ਼ਨ, ਆਈਡੈਂਟੀਫਾਈ ਕਰਨਾ ਨਾ ਕਿ ਕਿਹੜੀ ਕੈਸ਼ ਦੀ ਹੈ, ਕਿਹੜੀ ਪਰਚੇਸ ਦੀ ਹੈ, ਫਿਰ ਉਹਨੂੰ ਰਿਕਾਰਡ ਕਰਨਾ, ਮਤਲਬ ਕਿ ਕਿਹੜੀ ਸੇਲ ਦੀ ਹੈ, ਕਿਹੜੀ ਕੈਸ਼ ਦੀ ਹੈ, ਕਿਹੜੀ ਪਰਚੇਸ ਦੀ ਹੈ, ਕੀ ਚੀਜ਼ ਅਸੀਂ ਖਰੀਦੀ ਹੈ, ਕਿਹੜੀ ਚੀਜ਼ ਅਸੀਂ ਵੇਚੀ ਹੈ, ਠੀਕ ਹੈ ਨਾ ਫਰੈਂਡਸ? ਤਾਂ ਉਸ ਤੋਂ ਬਾਅਦ ਰਿਕਾਰਡ ਕਰਨਾ, ਉਸਨੂੰ ਪਰਟੀਕੂਲਰ ਖਾਤੇ ਵਿੱਚ ਰਿਕਾਰਡ ਕਰਨਾ, ਤਾਂ ਫਿਰ ਪੋਸਟ ਕਰਨਾ ਜਨਰਲ ਲੈਜਰ ਵਿੱਚ। ਜਨਰਲ ਲੈਜਰ ਤੁਹਾਨੂੰ ਮੈਂ ਕੀ ਦੱਸਿਆ ਸੀ, ਰਿਕਾਰਡ ਕਰਨਾ ਟ੍ਰਾਂਜੈਕਸ਼ਨ ਕੀ ਮਤਲਬ ਹੋਇਆ? ਜਨਰਲ ਲੈਜਰ ਤੋਂ ਆਪਾਂ ਪਹਿਲਾਂ ਕੀ ਕਰਦੇ? ਜਨਰਲ ਟ੍ਰਾਂਜੈਕਸ਼ਨ ਕਰਦੇ। ਜਨਰਲ ਮਤਲਬ ਓਰੀਜਨਲ ਐਂਟਰੀ ਕਰਨੀ। ਜਨਰਲ ਟ੍ਰਾਂਜੈਕਸ਼ਨ ਜਿਹੜੀ ਤੁਹਾਨੂੰ ਸਮਝਾਈ ਸੀ, ਕਿਹੜੀ ਚੀਜ਼ ਡੈਬਿਟ ਕਰਨੀ ਹੈ, ਕਿਹੜੀ ਚੀਜ਼ ਕ੍ਰੈਡਿਟ ਕਰਨੀ ਹੈ, ਉਹ ਆਪਾਂ ਹੁਣ ਜਿਹੜੇ ਬੱਚੇ ਨੂੰ ਨਹੀਂ ਸਮਝ ਆਇਆ ਮੈਂ ਅੱਗੇ ਤੁਹਾਨੂੰ ਸਮਝਾਵਾਂਗਾ। ਪਹਿਲਾਂ ਅਸੀਂ ਅਕਾਊਂਟਿੰਗ ਸਾਈਕਲ ਸਮਝ ਲਓ ਇੱਕ ਵਾਰੀ। ਜੋ ਆਪਾਂ ਰਿਕਾਰਡ ਕਰ ਲੈਂਦੇ ਟ੍ਰਾਂਜੈਕਸ਼ਨ, ਪਰਟੀਕੂਲਰ ਜਿਹੜੀ ਟ੍ਰਾਂਜੈਕਸ਼ਨ ਹੋਈ ਹੁੰਦੀ ਇੱਕ ਦਿਨ 'ਚ, ਜਿੰਨੀਆਂ ਵੀ ਟ੍ਰਾਂਜੈਕਸ਼ਨ ਹੋਈ, ਟ੍ਰਾਂਜੈਕਸ਼ਨ ਦਾ ਕੀ ਮਤਲਬ ਹੋਇਆ ਕਿ ਮੈਂ ਐਗਜ਼ਾਮਪਲ ਇੱਕੋ ਹੀ ਲੈ ਕੇ ਚੱਲ ਰਿਹਾ, ਕਰਿਆਨੇ ਦੀ ਦੁਕਾਨ ਹੈ, ਉਸ ਤੋਂ ਕੋਲ ਰੋਜ਼ ਕੋਈ ਨਾ ਕੋਈ ਕਸਟਮਰ ਆਉਂਦਾ, ਕੋਈ ਪਰਟੀਕੂਲਰ ਬੰਦਾ ਵੀ ਆਉਂਦਾ ਕਿ ਮੈਨੇ ਇਕੱਠਾ ਮਾਲ ਲੈਣਾ, ਤਾਂ ਉਹਦੀ ਇੱਕ ਟ੍ਰਾਂਜੈਕਸ਼ਨ ਹੋ ਗਈ। ਅਤੇ ਕੋਈ ਬੰਦਾ ਆਉਂਦਾ ਜਿਹਨੂੰ ਅਸੀਂ ਸੇਲ ਕਰਦੇ ਹਾਂ, ਮੈਨੂੰ ਇੰਨੇ ਕੁਇੰਟਲ ਪਾ ਦਿਓ, ਕੋਈ ਹੋਲਸੇਲ ਦਾ ਕੰਮ ਕਰਦਾ, ਤਾਂ ਦਿਨ 'ਚ ਜਿੰਨੀਆਂ ਟ੍ਰਾਂਜੈਕਸ਼ਨ ਹੁੰਦੀਆਂ ਉਹਦੀ ਰਿਕਾਰਡ ਕਰਨਾ, ਪਰਟੀਕੂਲਰ ਰਿਕਾਰਡ ਕਰਨਾ। ਉਹ ਅਲੱਗ ਗੱਲ ਹੈ ਕਿ ਕੋਈ ਬੰਦਾ ਆਪਣੇ ਦਰ 'ਤੇ, ਛੋਟੇ ਦਰ 'ਤੇ ਆਪਣਾ ਸਿਰਫ ਇਕੱਲਾ ਰਿਕਾਰਡ ਕਰਦਾ ਹੈ। ਜੇ ਆਪਾਂ ਪ੍ਰੋਫੈਸ਼ਨ 'ਚ ਦੇਖੀਏ, ਹੈਜ਼ ਅ ਰਿਕਾਰਡ ਕਰਨਾ ਟ੍ਰਾਂਜੈਕਸ਼ਨ ਨੂੰ, ਉਹ ਹੈਜ਼ ਅ ਰਿਕਾਰਡ ਜਨਰਲ ਐਂਟਰੀ ਵਾਂਗ ਹੋਣੀ ਆ।
ਡਬਲ ਐਸਪੈਕਟ ਹੋਏਗਾ। ਇੱਕ ਪਾਸੇ ਡੈਬਿਟ ਹੋਏਗਾ, ਇੱਕ ਪਾਸੇ ਕ੍ਰੈਡਿਟ ਹੋਏਗਾ, ਇੱਕ ਪਾਸੇ ਪਲੱਸ ਹੋਏਗਾ, ਇੱਕ ਪਾਸੇ ਮਾਈਨਸ ਹੋਏਗਾ। ਜੇ ਅਸੀਂ ਕੁਝ ਸੇਲ ਕੀਤੀ ਹੈ ਤਾਂ ਸਾਡੇ ਵੱਲੋਂ ਮਾਲ ਗਿਆ, ਇਹਦਾ ਮਤਲਬ ਮਾਈਨਸ ਹੋਇਆ, ਕ੍ਰੈਡਿਟ ਹੋਏਗਾ। ਜੇ ਸਾਡੇ ਕੋਲ ਕੁਛ ਆਇਆ, ਕੈਸ਼ ਆਇਆ ਉਹਦੀ ਬਦੌਲਤ, ਉਸਦੀ ਜਗ੍ਹਾ ਮਤਲਬ ਸੌਰੀ, ਤਾਂ ਉਹ ਸਾਡਾ ਪਲੱਸ ਹੋਏਗਾ, ਡੈਬਿਟ ਹੋਇਆ। ਦੋ ਐਸਪੈਕਟ ਜ਼ਰੂਰ ਹੋਣਗੇ, ਦੋਨੋਂ ਪਾਸੇ ਉਹਦਾ ਅਸਰ ਦਿਖਾਇਆ ਦਿੱਤਾ ਜਾਏਗਾ। ਤਾਂ ਉਹ ਹੁੰਦੀ ਹੈ ਜਨਰਲ ਟ੍ਰਾਂਜੈਕਸ਼ਨਸ, ਜਿਸ ਵਿੱਚ ਪਰਟੀਕੂਲਰ ਅਮਾਊਂਟ ਦੇ ਦੋ ਤਰਫਾਂ ਆਪਾਂ ਦਿਖਾਉਂਦੇ ਹਾਂ। ਜੇ ਮਾਲ ਗਿਆ ਉਹ ਵੀ ਤਾਂ ਅਲੱਗ ਚੀਜ਼ ਹੈ, ਅਤੇ ਪੈਸਾ ਆਇਆ ਉਹ ਅਲੱਗ ਚੀਜ਼ ਹੈ। ਪੈਸੇ ਨੂੰ ਉਹਨੂੰ ਇਕੱਠਾ ਥੋੜ੍ਹਾ ਕਰ ਦੋਗੇ। ਤੁਹਾਨੂੰ ਪਤਾ ਲੱਗੇਗਾ ਕਿ ਕੈਸ਼ ਕਿੰਨਾ ਆਇਆ ਮੇਰੇ ਕੋਲ। ਹੁਣ ਸਪੋਜ਼ ਕਰੋ ਦਿਨ ਵਿੱਚ ਜਿੰਨੀ ਸੇਲ ਹੁੰਦੀ ਹੈ, ਤੁਸੀਂ ਸਾਰੀ ਸੇਲ ਨੂੰ ਇਹ ਕਹਿ ਦਿੰਦੇ ਹੋ ਕਿ ਇਹ ਮੇਰਾ ਮੁਨਾਫਾ ਹੈ। ਨਹੀਂ ਕਹਿ ਸਕਦੇ ਨਾ। ਉਹ 'ਚੋਂ ਤੁਹਾਨੂੰ ਦੇਖਣਾ ਪਏਗਾ ਕਿ ਮੈਨੇ ਕਿੰਨੀ ਪਰਚੇਸਿਸ ਕੀਤੀਆਂ ਸੀ ਅਤੇ ਉਹ 'ਚੋਂ ਕਿੰਨੇ ਐਕਸਪੈਂਸਿਸ ਨਿਕਲੇ, ਉਸ 'ਚੋਂ ਮੇਰੇ ਦੁਕਾਨ ਦਾ ਖਰਚਾ ਕਿਵੇਂ ਨਿਕਲਿਆ। ਉਹ ਸਾਰਾ ਮਾਈਨਸ ਕਰਕੇ ਜਿੰਨਾ ਮੁਨਾਫਾ ਬਣਦਾ, ਜਿੰਨੀ ਦਿਹਾੜੀ ਬਣਦੀ ਹੈ ਪਿਓਰ ਦਿਹਾੜੀ, ਤਾਂ ਉਹਨੂੰ ਹੀ ਆਪਾਂ ਕਹਾਂਗੇ ਨਾ। ਤਾਂ ਉਹੀ ਤਾਂ ਅਕਾਊਂਟ ਹੋ ਗਿਆ। ਰਿਕਾਰਡ ਕਰਨਾ ਜਨਰਲ ਟ੍ਰਾਂਜੈਕਸ਼ਨ ਨੂੰ, ਫਿਰ ਉਸ ਤੋਂ ਬਾਅਦ ਲੈਜਰ 'ਚ ਪੋਸਟ ਕਰ ਦੇਣਾ। ਲੈਜਰ ਦਾ ਪੋਸਟ ਮਤਲਬ ਕੀ ਹੋਇਆ? ਜੇ ਆਪਾਂ ਇਕੱਲਾ ਰਿਕਾਰਡ ਕਰ ਲਾਂਗੇ, ਉਸ ਤੋਂ ਬਾਅਦ ਆਪਾਂ ਉਹ ਨਹੀਂ ਕਰਨਾ ਤਾਂ ਇੰਨੀਆਂ ਸਾਰੀਆਂ ਐਂਟਰੀਆਂ ਹੋ ਜਾਣਗੀਆਂ। ਅਸੀਂ ਦੇਖਦੇ ਰਹਿ ਜਾਵਾਂਗੇ, ਇੰਨੀ ਸਾਰੀ ਬੁੱਕਸ ਨੂੰ ਦੇਖਦੇ ਰਹਿ ਜਾਵਾਂਗੇ ਕਿ ਕਿਹੜੇ ਮਹੀਨੇ ਕਿਹੜੀ ਐਂਟਰੀ ਸੀ। ਜੇ ਉਹਨੂੰ ਆਪਾਂ ਇੱਕ ਪਰਟੀਕੂਲਰ ਅਕਾਊਂਟ ਬਣਾ ਦਈਏ ਇੱਕ ਬੰਦੇ ਦਾ, ਹੁਰਾਮ ਬੰਦਾ, ਉਹ ਕਰਿਆਨੇ ਦੁਕਾਨ ਤੋਂ ਮਾਲ ਖਰੀਦਣ ਆਉਂਦਾ, ਹਰੇਕ ਦਿਨ ਖਰੀਦਣ ਆ ਰਿਹਾ, ਮਤਲਬ ਕਿ ਉਧਾਰੀ 'ਤੇ ਖਰੀਦਣ ਆ ਰਿਹਾ, ਤਾਂ ਉਹਦਾ ਪਰਟੀਕੂਲਰ ਅਕਾਊਂਟ ਬਣਾ ਦਾਂਗੇ ਨਾ ਕਿ ਤੇਰੀਆਂ ਇਹ ਸਾਰੀਆਂ ਟ੍ਰਾਂਜੈਕਸ਼ਨ ਇੱਕ ਪਰਟੀਕੂਲਰ ਖਾਤੇ ਵਿੱਚ ਆ ਜਾਣਗੀਆਂ। ਤਾਂ ਇਹ ਆਸਾਨੀ ਰਹੇਗੀ। ਜਦੋਂ ਉਹਦਾ ਖਾਤਾ ਖੋਲਾਂਗੇ, ਜਦੋਂ ਉਹਨੂੰ ਬੁੱਕ ਖੋਲਾਂਗੇ ਉਹਦੀ, ਤਾਂ ਉਹਨੂੰ ਦਿਖਾਵਾਂਗੇ ਭਾਈ ਇਹ ਤੇਰੇ ਇਹਦੇ ਖਰਚੇ ਹੈ। ਯਾਰ ਡੇ ਟੂ ਡੇ ਬੇਸਿਸ ਲੱਭੀ ਜਾਵਾਂਗੇ। ਉਹਨੂੰ ਕਹਿੰਦੇ ਆ ਲੈਜਰ। ਪੋਸਟਿੰਗ ਕਰਨੀ ਜ਼ਰੂਰੀ ਹੈ ਲੈਜਰ ਵਿੱਚ। ਪਰਟੀਕੂਲਰ ਬੰਦੇ ਦੀ ਵੀ ਹੋ ਸਕਦੀ ਹੈ, ਕੈਸ਼ ਦੀ ਵੀ ਹੋ ਸਕਦੀ ਹੈ, ਸੇਲ ਦੀ ਵੀ ਹੋ ਸਕਦੀ ਹੈ। ਜਿਸ ਜਿਸ ਨਾਲ ਰਿਲੇਟਿਡ ਹੈ ਉਹ ਸਾਰਾ ਕੁਛ ਆਏਗਾ, ਉਹ ਲੈਜਰ 'ਚ ਪੋਸਟ ਹੋਏਗਾ। ਉਸ ਤੋਂ ਬਾਅਦ ਆਪਾਂ ਕੈਲਕੂਲੇਟ ਕਰਾਂਗੇ ਅਨਐਡਜਸਟਡ ਟਰਾਇਲ ਬੈਲੈਂਸ। ਟਰਾਇਲ ਬੈਲੈਂਸ ਕਿਸ ਵਾਸਤੇ ਹੁੰਦਾ? ਜੋ ਆਪਾਂ ਉੱਪਰ ਪੋਸਟ ਜਨਰਲ ਲੈਜਰ ਕਰਕੇ ਆਏ ਤਾਂ ਰਿਕਾਰਡ ਕਰਕੇ ਆਏ, ਇਹਨਾਂ 'ਚ ਚੈੱਕ ਬੈਲੈਂਸ ਕਰਨ ਲਈ ਕਿ ਜੋ ਚੀਜ਼ ਮੈਨੇ ਰਿਕਾਰਡ ਕੀਤੀ ਹੈ, ਉਹਦਾ ਮੈਨੇ ਦੋਨੋਂ ਪਾਸੇ ਅਸਰ ਦਿਖਾਇਆ। ਸਪੋਜ਼ ਕਰੋ ਮੈਨੇ ਕੈਸ਼ ਵਿੱਚ ਸੇਲ ਕੀਤੀ ਹੈ, ਤਾਂ ਮੈਨੇ ਕੈਸ਼ ਵਿੱਚ ਮੈਨੇ ਉਹਦੀ ਅਮਾਊਂਟ ਪਾਈ ਹੈ ਅਤੇ ਸੇਲ ਵਿੱਚ ਮੈਂ ਉਹਦੀ ਅਮਾਊਂਟ ਪਾਈ ਹੈ। ਤਾਂ ਉਹਨਾਂ ਦੋਨਾਂ ਦਾ ਦੇਖਣ ਲਈ ਕਿ ਦੋਨੋਂ ਪਾਸੇ ਉਹਦਾ ਇਫੈਕਟ ਪਿਆ, ਉਹਦੇ ਲਈ ਆਪਾਂ ਟਰਾਇਲ ਬੈਲੈਂਸ ਬਣਾਉਂਦੇ ਹਾਂ। ਸਿਰਫ ਚੈੱਕ ਕਰਨ ਲਈ, ਚੈੱਕ ਐਂਡ ਬੈਲੈਂਸਿਸ ਰੱਖਣ ਲਈ ਆਪਾਂ ਟਰਾਇਲ ਬੈਲੈਂਸ ਬਣਾਉਂਦੇ ਹਾਂ। ਠੀਕ ਹੈ ਫਰੈਂਡਸ। ਅਨਐਡਜਸਟਡ ਮਤਲਬ ਹਾਲੇ ਉਸ 'ਚ ਐਡਜਸਟਮੈਂਟ ਨਹੀਂ ਹੋਈ, ਕੋਈ ਚੀਜ਼ ਰਹਿ ਜਾਂਦੀ ਹੈ, ਕੋਈ ਐਂਟਰੀਸ ਰਹਿ ਜਾਂਦੀ ਹੈ, ਹਾਲੇ ਉਹਦੀ ਐਡਜਸਟਮੈਂਟ ਨਹੀਂ ਹੋਈ। ਪੰਜਵਾਂ ਸਟੈਪ ਕੀ ਹੈ ਕਿ ਉਹਦੀ ਐਡਜਸਟਮੈਂਟਸ ਕਰਕੇ ਕੋਈ ਸੈਲਰੀ ਦੇਣੀ ਰਹਿ ਗਈ, ਕੋਈ ਰੈਂਟ ਦੇਣਾ ਰਹਿ ਗਿਆ, ਕੋਈ ਆਊਟਸਟੈਂਡਿੰਗ ਰਹਿ ਗਿਆ, ਕੁਛ ਵੀ ਹੋ ਸਕਦਾ। ਰੈਂਟ ਮਤਲਬ ਖਰਚਾ ਜਿਹੜਾ ਆਪਾਂ ਪੇ ਕੀਤਾ, ਕਿੱਥੇ ਬਿਜ਼ਨਸ ਕਰਨ ਦਾ, ਰਹਿਣ ਦਾ ਨਹੀਂ, ਬਿਜ਼ਨਸ ਕਰਨ ਦਾ। ਰਹਿਣ ਦਾ ਪਰਸਨਲ ਹੋ ਜਾਂਦਾ। ਠੀਕ ਹੈ ਨਾ। ਕੋਈ ਮਸ਼ੀਨਰੀ ਆਪਣੇ ਕਿਰਾਏ 'ਤੇ ਖਰੀਦੀ ਹੈ ਤਾਂ ਹੋ ਸਕਦਾ, ਉਹਦਾ ਰੈਂਟ ਵੀ ਹੋ ਸਕਦਾ। ਠੀਕ ਹੈ ਫਰੈਂਡਸ। ਤਾਂ ਮੇਕਿੰਗ ਐਡਜਸਟਿੰਗ ਐਂਟਰੀਜ਼, ਉਹ ਸਾਰੇ ਐਂਟਰੀ ਨੂੰ ਪਾਵਾਂਗੇ ਆਪਾਂ, ਤਾਂ ਫਿਰ ਕ੍ਰੀਏਟ ਕਰਾਂਗੇ ਐਡਜਸਟਡ ਟਰਾਇਲ ਬੈਲੈਂਸ। ਪ੍ਰੋਪਰ ਉਹਦਾ ਪਲੱਸ ਹੋ ਜਾਏਗਾ ਨਾਲ, ਜਿੰਨੀਆਂ ਵੀ ਐਂਟਰੀ ਨਹੀਂ ਪਾਈਆਂ ਸੀ ਉਹ ਪਾ ਕੇ। ਤਾਂ ਉਸ ਤੋਂ ਬਾਅਦ ਫਾਈਨੈਂਸ਼ੀਅਲ ਸਟੇਟਮੈਂਟ ਬਣਾਵਾਂਗੇ। ਫਾਈਨੈਂਸ਼ੀਅਲ ਸਟੇਟਮੈਂਟ ਹੋਏਗਾ ਟਰਾਇਲ ਬੈਲੈਂਸ ਦੇ ਅਮਾਊਂਟਸ ਪਰਟੀਕੂਲਰ ਵਿੱਚ ਜਿਹੜੀਆਂ PL ਅਕਾਊਂਟ 'ਚ ਜਾਣਗੀਆਂ ਉਹ PL ਅਕਾਊਂਟ 'ਚ ਜਾਣਗੀਆਂ, ਜਿਹੜੇ ਬੈਲੈਂਸ ਸ਼ੀਟ 'ਚ ਜਾਣਗੀਆਂ ਉਹ ਬੈਲੈਂਸ ਸ਼ੀਟ 'ਚ ਜਾਣਗੀਆਂ ਸਾਰੀ ਅਮਾਊਂਟ। ਉਹ ਤੁਹਾਨੂੰ ਮੈਂ ਅੱਗੇ ਸਮਝਾਵਾਂਗਾ। ਅੱਜ ਅਸੀਂ ਟਰਾਇਲ ਬੈਲੈਂਸ ਕਰਨਾ, ਅਸੀਂ ਟਰਾਇਲ ਬੈਲੈਂਸ ਦੇਖਣਾ। ਟਰਾਇਲ ਬੈਲੈਂਸ ਨੂੰ ਦੇਖਣ ਪਹਿਲੇ ਆਪਾਂ ਜਨਰਲ ਵੀ ਦੇਖਾਂਗੇ, ਜਿਹੜਾ ਪਿਛਲਾ ਲੈਕਚਰ ਕਰਕੇ ਆਏ ਨਾ ਆਪਾਂ, ਜਿਹੜਾ ਜਨਰਲ ਵਾਲਾ ਲੈਕਚਰ ਕਰਕੇ ਆਏ, ਜਨਰਲ ਅਤੇ ਲੈਜਰ, ਉਹ ਸਾਰੀ ਮੈਨੇ ਅੱਜ ਟ੍ਰਾਂਜੈਕਸ਼ਨ ਉਹੀ ਚੱਕੀਆਂ ਕਿਉਂਕਿ ਤੁਸੀਂ ਆਰਾਮ ਨਾਲ ਰਿਲੇਟ ਕਰ ਸਕੋ। ਕੋਈ ਨਵੀਂ ਐਗਜ਼ਾਮਪਲ ਨਹੀਂ ਲਿੱਤੀ, ਤੁਹਾਨੂੰ ਸਾਰਾ ਆਸਾਨ ਰਹੇਗਾ। ਜਦੋਂ ਤੁਸੀਂ ਸਾਰੀ ਟ੍ਰਾਂਜੈਕਸ਼ਨ ਦੇਖੋਗੇ ਨਾ, ਤੁਹਾਨੂੰ ਆਸਾਨ ਰਹੇਗਾ। ਤੁਹਾਨੂੰ ਫਿਰ ਟਰਾਇਲ ਬੈਲੈਂਸ ਬਣਾਉਣਾ ਵੀ ਆਸਾਨ ਰਹੇਗਾ, ਤੁਹਾਨੂੰ ਫਿਰ ਰਿਲੇਟ ਕਰਨਾ ਆਸਾਨ ਰਹੇਗਾ। ਹਾਂ ਇਵੇਂ ਕਰਨਾ ਸੀ। ਠੀਕ ਹੈ। ਫਿਰ ਜਦੋਂ ਫਾਈਨੈਂਸ਼ੀਅਲ ਸਟੇਟਮੈਂਟ ਬਣਾ ਲਈ ਆਪਾਂ ਨੇ, PL ਅਕਾਊਂਟ ਬਣਾ ਲਿਆ, ਟ੍ਰੇਡਿੰਗ ਐਂਡ PL ਅਕਾਊਂਟ ਬਣਾ ਲਿਆ, ਫਿਰ ਬੈਲੈਂਸ ਸ਼ੀਟ ਬਣਾ ਲਈ, ਫਿਰ ਆਪਾਂ ਕਲੋਜ਼ਿੰਗ ਐਂਟਰੀ ਕਰਨਾ, ਬੰਦ ਕਰ ਦਾਂਗੇ ਖਾਤੇ। ਇਸ ਨੂੰ ਪੂਰਾ ਅਕਾਊਂਟਿੰਗ ਸਾਈਕਲ ਕਰਦੇ, ਪੂਰੇ ਸਾਲ ਵਿੱਚ ਸਾਰੀ ਟ੍ਰਾਂਜੈਕਸ਼ਨ ਇਵੇਂ ਹੀ ਚੱਲਦੀ ਹੈ। ਠੀਕ ਹੈ ਫਰੈਂਡਸ। ਤਾਂ ਉਸ ਤੋਂ ਬਾਅਦ ਹੁਣ ਕਾਊਂਟਿੰਗ ਕਨਸੈਪਟ ਦੇ ਮੇਰੇ ਬੱਚਿਆਂ ਨੂੰ ਪੁੱਛਿਆ ਸੀ ਮੈਨੂੰ ਕਾਊਂਟਿੰਗ ਕਨਸੈਪਟ ਦੁਬਾਰਾ ਪੜ੍ਹਾਓ। ਮੈਂ ਅੱਜ ਉਹਨਾਂ ਨੂੰ ਦੁਬਾਰਾ ਕਰਾਉਣ ਲੱਗਿਆ। ਜਿਨ੍ਹਾਂ ਨੂੰ ਨਹੀਂ ਸਮਝ ਆਇਆ ਅੱਜ ਉਹਨਾਂ ਨੂੰ ਦੁਬਾਰਾ ਕਰਾਉਣ ਲੱਗਿਆ। ਮੈਂ ਚਾਹੁੰਦਾ ਤੁਹਾਨੂੰ ਚੀਜ਼ ਸਮਝ ਆਉਣੀ ਚਾਹੀਦੀ ਹੈ, ਕਿਸੇ ਵੀ ਤਰ੍ਹਾਂ ਆਵੇ। ਤਾਂ ਪਹਿਲਾ ਕਨਸੈਪਟ ਹੈ ਬਿਜ਼ਨਸ ਐਂਟੀਟੀ ਕਨਸੈਪਟ, ਜਿਹੜਾ ਤੁਹਾਨੂੰ ਮੈਂ ਹੁਣੀ ਪੜ੍ਹਾ ਕੇ ਆਇਆ।
ਪਿੱਛੇ ਪੜ੍ਹਾਇਆ ਨਾ ਤੁਹਾਨੂੰ ਹੁਣ ਮੈਂ ਉੱਪਰ ਕਿ ਬਿਜ਼ਨਸ ਐਂਟੀਟੀ ਕੰਸੈਪਟ ਮਤਲਬ ਪਰਸਨਲ ਅਤੇ ਉਹਦਾ ਬਿਜ਼ਨਸ ਅਲੱਗ-ਅਲੱਗ ਚੀਜ਼ ਹੈ। ਪਰਸਨਲ ਦੀ ਜਿੰਨੀਆਂ ਵੀ ਟ੍ਰਾਂਜੈਕਸ਼ਨਸ ਹੈ, ਜਿੰਨਾ ਵੀ ਉਹ ਕੋਈ ਵੀ ਕੰਮ ਕਰਦਾ ਆਪਣੇ ਉੱਪਰ ਖਰਚਾ ਕਰਦਾ, ਉਹ ਬਿਜ਼ਨਸ ਵਿੱਚ ਇਨਕਲੂਡ ਕੀਤਾ ਹੀ ਨਹੀਂ ਜਾ ਸਕਦਾ। ਕੰਸੈਪਟਸ ਕੀ ਹੁੰਦੇ ਆ? ਅਜ਼ੰਪਸ਼ਨਸ, ਇਹਨੂੰ ਆਪਾਂ ਮੰਨ ਕੇ ਚੱਲਦੇ ਹਾਂ। ਪ੍ਰਿੰਸੀਪਲਸ ਆ ਸਾਡੇ, ਇਹਨੂੰ ਆਪਾਂ ਮੰਨ ਕੇ ਹੀ ਚੱਲਣਾ। ਆਪਣੇ ਮੰਨ ਕੇ ਚੱਲਣਾ ਮਤਲਬ ਕਿ ਇਸ ਦੇ ਆਧਾਰ 'ਤੇ ਸਾਰੇ ਕੰਮ ਕਰਨੇ ਆ। ਜੇ ਅਸੀਂ ਨਹੀਂ ਕਰਾਂਗੇ ਤਾਂ ਸਾਡਾ ਸਾਰਾ ਬਿਜ਼ਨਸ ਗਲਤ ਹੋ ਜਾਏਗਾ। ਜੇ ਆਪਾਂ ਪਰਸਨਲ ਕੰਮ ਵੀ ਵਿੱਚ ਬਿਜ਼ਨਸ 'ਚ ਪਾਉਣ ਲੱਗ ਗਏ ਤਾਂ ਸਾਨੂੰ ਕਿਵੇਂ ਪਤਾ ਲੱਗੇਗਾ ਸਾਡਾ ਟਰੂ ਪ੍ਰੋਫਿਟ ਕੀ ਹੈ? ਬਿਜ਼ਨਸ ਇੱਕ ਅਲੱਗ ਚੀਜ਼ ਹੈ, ਪਰਸਨਲ ਇੱਕ ਅਲੱਗ ਚੀਜ਼ ਹੈ। ਉਸ ਨੂੰ ਕਹਿੰਦੇ ਬਿਜ਼ਨਸ ਐਂਟੀਟੀ ਕੰਸੈਪਟ। ਅਜ਼ਿਊਮ ਦੀ ਬਿਜ਼ਨਸ ਐਂਡ ਓਨਰ ਆਰ ਟੂ ਸੈਪਰੇਟ ਐਂਟੀਟੀਜ਼। ਓਨਰ ਅਲੱਗ ਹੈ ਅਤੇ ਬਿਜ਼ਨਸ ਅਲੱਗ ਹੈ। ਓਨਰ ਨੇ ਜਿਹੜੀ ਪੂੰਜੀ ਪਾਈ ਹੈ ਉਹਦੀ ਲਾਇਬਲ ਹੈ ਉਹਦਾ ਓਨਰ ਲਾਇਬਲ ਕਿਉਂ ਹੈ? ਕਿਉਂਕਿ ਜਿਹੜੀ ਉਹਨੇ ਪੂੰਜੀ ਪਾਈ ਹੈ ਤਾਂ ਉਸ ਵਿੱਚ ਉਸਨੇ ਕੁਝ ਆਊਟਸਾਈਡ ਤੋਂ ਵੀ ਤਾਂ ਪੈਸਾ ਲਿੱਤਾ ਹੋਣਾ। ਤੁਸੀਂ ਕੋਈ ਦੁਕਾਨ ਖੋਲ੍ਹਦੇ ਹੋ, ਦੁਕਾਨ 'ਚ ਮਾਲ ਪਾਉਂਦੇ ਹੋ ਤਾਂ ਕੁਝ ਉਧਾਰੀ 'ਤੇ ਵੀ ਤਾਂ ਲੈਂਦੇ ਹੋ ਨਾ। ਸਟਾਰਟਅਪ ਕਰਦੇ ਹੋ, ਸਟਾਰਟਅਪ ਸੁਣਿਆ ਹੋਣਾ ਤੁਹਾਨੇ, ਸਟਾਰਟਅਪ ਲਈ ਪੈਸਾ ਲੈਂਦੇ ਹੋ, ਕੁਝ ਬੈਂਕ ਤੋਂ ਲੈਂਦੇ ਹੋ, ਉਹ ਤੁਹਾਡੀ ਲਾਇਬਿਲਿਟੀ ਵੀ ਤਾਂ ਹੈ ਨਾ, ਉਹ ਵੀ ਤਾਂ ਕੈਪੀਟਲ ਵਿੱਚ ਇਨਕਲੂਡ ਹੋਏਗੀ ਕਿ ਤੁਹਾਡੀ ਪੂਰੀ ਪੂੰਜੀ ਇੰਨੀ ਲੱਗੀ ਤਾਂ ਤੁਸੀਂ ਦੇਣਦਾਰ ਦੇ ਤਾਂ ਹੋ ਨਾ, ਤਾਂ ਇੱਕ ਤਰ੍ਹਾਂ ਦੀ ਲਾਇਬਿਲਿਟੀ ਹੈ। ਠੀਕ ਹੈ ਫਰੈਂਡਸ। ਉਸ ਤੋਂ ਬਾਅਦ ਮਨੀ ਮਾਈਅਰ ਕੰਸੈਪਟ। ਮਨੀ ਮਾਈਅਰ ਕੰਸੈਪਟ ਕੀ ਹੁੰਦਾ? ਅਜ਼ਿਊਮ ਦੀ ਬਿਜ਼ਨਸ ਐਂਡ ਟ੍ਰਾਂਜੈਕਸ਼ਨਸ ਮਸਟ ਬੀ ਰਿਕਾਰਡ ਇਨ ਬੁੱਕਸ ਆਫ ਅਕਾਊਂਟ ਇਨ ਟਰਮਸ ਆਫ ਮਨੀ। ਮਨੀ ਵਿੱਚ ਹੀ ਰਿਕਾਰਡ ਕਰਨਾ ਉਹਨੂੰ, ਉਹਦੀ ਵੈਲਿਊ ਪੈਸਿਆਂ ਵਿੱਚ ਹੀ ਹੋਣੀ ਚਾਹੀਦੀ ਹੈ। ਜੈਸੀ ਵੀ ਹੋਵੇ ਮਗਰ ਉਹਦੀ ਵੈਲਿਊ ਬਿਜ਼ਨਸ ਨਾਲ ਰਿਲੇਟਿਡ ਹੋਵੇ ਤਾਂ ਪੈਸਿਆਂ ਨਾਲ ਰਿਲੇਟਿਡ ਹੋਵੇ। ਹਿਊਮਨ ਰਿਸੋਰਸ ਨਹੀਂ ਆਉਣਾ ਚਾਹੀਦਾ ਕਿ ਇਹਦਾ ਵਿਹਾਰ ਚੰਗਾ ਤਾਂ ਮੈਂ ਇਸ ਨੂੰ ਰਿਕਾਰਡ ਕਰ, ਇਸਦੀ ਹਿਊਮਨ ਰਿਸੋਰਸ ਰਿਕਾਰਡ ਕਰਨਾ, ਇਹਦੀ ਸਕਿੱਲ ਕਿੰਨੀ ਅੱਛੀ ਹੈ ਨਾ, ਇਹ ਬੰਦਾ ਕਿੰਨਾ ਅੱਛਾ ਗਾਉਂਦਾ ਨਾ, ਜਾਂ ਇਹ ਬੰਦਾ ਚਲੋ ਗਾਉਂਦਾ ਤਾਂ ਵੈਸੇ ਤੁਹਾਨੂੰ ਐਗਜ਼ਾਮਪਲ ਦੇ ਰਿਹਾ, ਬਿਜ਼ਨਸ ਨਾਲ ਰਿਲੇਟਿਡ ਨਹੀਂ ਹੈ ਤਾਂ। ਬਟ ਨੋਰਮਲ ਜੇ ਆਪਾਂ ਗੱਲ ਕਰੀਏ ਕਿ ਕੋਈ ਸਾਡੇ ਉਰੇ ਇੰਪਲੋਏ ਕੰਮ ਕਰਦਾ ਅਤੇ ਇੰਪਲੋਏ ਯਾਰ ਇਹ ਬੰਦਾ ਕਿੰਨਾ ਸੋਹਣਾ ਬੋਲਦਾ ਨਾ, ਤਾਂ ਆਪਾਂ ਕਿਵੇਂ ਉਸ ਨੂੰ ਰਿਕਾਰਡ ਕਰ ਲਾਂਗੇ? ਮਤਲਬ ਕਿ ਉਹਦੀ ਵੈਲਿਊ ਨੂੰ ਕਿਵੇਂ ਰਿਕਾਰਡ ਕਰ ਲਾਂ? ਉਹ ਵੈਲਿਊਜ਼ ਕੋਈ ਨਹੀਂ ਆ ਸਕਦੀਆਂ। ਜਿਹਦੀ ਵੈਲਿਊ ਟਰਮਸ ਆਫ ਮਨੀ ਵਿੱਚ ਹੈ, ਪੈਸੇ ਵਿੱਚ ਹੈ, ਉਹਨੂੰ ਹੀ ਰਿਕਾਰਡ ਕਰਨਾ। ਗੋਇੰਗ ਕੰਸਰਨ ਕੰਸੈਪਟ। ਗੋਇੰਗ ਕੰਸਰਨ ਦਾ ਮਤਲਬ ਹੁੰਦਾ ਕਿ ਜਿਹੜਾ ਬਿਜ਼ਨਸ ਹੁੰਦਾ ਨਾ ਉਹ ਲੌਂਗ ਟਰਮ ਬੇਸਿਸ ਲਈ ਹੁੰਦਾ। ਜਦ ਤੱਕ ਉਹਦੇ ਅਕਾਊਂਟਸ ਅੱਛੇ ਚੱਲ ਰਹੇ ਨੇ ਉਹ ਚੱਲਦਾ ਰਹੇਗਾ। ਜੇ ਤੁਹਾਡਾ ਮਤਲਬ ਕਿ ਸਪੋਜ਼ ਕਰੋ ਸਾਲ ਕੋਈ ਕੰਮ ਕੀਤਾ, ਤੁਹਾਨੂੰ 6 ਮਹੀਨਿਆਂ 'ਚ ਤੁਹਾਨੂੰ ਲੋਸ ਹੀ ਲੋਸ ਹੋਈ ਜਾ ਰਿਹਾ, ਫਿਰ ਤੁਸੀਂ ਸਾਲ ਦੇ ਅੰਤ 'ਚ ਬੰਦ ਹੀ ਕਰੋਗੇ। ਸਾਲ ਦੇ ਨਾਲ ਲੋਸ ਦੇ ਨਾਲ ਥੋੜ੍ਹਾ ਚੱਲੀ ਜਾਓਗੇ। ਜੇ ਤੁਹਾਨੂੰ ਉੱਪਰ ਅੱਗੋਂ ਕੋਈ ਪਲਾਨਸ ਤੁਹਾਡੇ ਸਹੀ ਨਹੀਂ ਆ ਤਾਂ ਤੁਸੀਂ ਨਹੀਂ ਚੱਲ ਸਕਦੇ। ਮਗਰ ਜੇ ਤੁਹਾਡਾ ਅਕਾਊਂਟ ਸਹੀ ਚੱਲ ਰਿਹਾ, ਠੀਕ ਹੈ ਨਾ, ਤਾਂ ਤੁਹਾਡਾ ਅਕਾਊਂਟ ਸਹੀ ਚੱਲ ਰਿਹਾ, ਤੁਹਾਡਾ ਖਰਚਾ ਨਿਕਲ ਰਿਹਾ। ਸਪੋਜ਼ ਕਰੋ ਤੁਹਾਡਾ ਬਿਜ਼ਨਸ ਦਾ ਹੀ ਖਰਚਾ ਨਿਕਲ ਰਿਹਾ, ਤੁਹਾਡਾ ਹਾਲੇ ਆਪਣਾ ਮੁਨਾਫਾ ਨਹੀਂ ਹੋ ਰਿਹਾ ਮਗਰ ਤੁਹਾਡਾ ਬਿਜ਼ਨਸ ਦਾ ਖਰਚਾ ਨਿਕਲ ਰਿਹਾ, ਤਾਂ ਉਹ ਖਰਚਾ ਨਿਕਲ ਰਿਹਾ ਤਾਂ ਵੀ ਤੁਹਾਡੇ ਅਕਾਊਂਟ ਚੱਲਦੇ ਰਹਿਣਗੇ। ਉਹਨੂੰ ਕਹਿੰਦੇ ਗੋਇੰਗ ਕੰਸਰਨ ਕੰਸੈਪਟ। ਮਤਲਬ ਕਿ ਤੁਹਾਡਾ ਅਕਾਊਂਟਸ ਜਿਹੜੇ ਹੈ, ਤੁਹਾਡਾ ਬਿਜ਼ਨਸ ਜਿਹੜਾ ਲੌਂਗ ਟਰਮ ਬੇਸਿਸ 'ਤੇ ਚੱਲਦਾ। ਕੋਈ ਦੁਕਾਨ ਖੋਲ੍ਹਦਾ 2 ਮਹੀਨੇ ਬਾਅਦ ਥੋੜ੍ਹਾ ਬੰਦ ਕਰ ਦਿੰਦਾ, ਜਾਂ 3 ਮਹੀਨੇ ਬਾਅਦ ਥੋੜ੍ਹਾ ਬੰਦ ਕਰ ਦਿੰਦਾ। ਚਲਾਉਂਦਾ ਉਹ 2 3 4 ਸਾਲ ਚਲਾਏਗਾ ਹੀ ਨਾ ਬਿਜ਼ਨਸ। ਉਹ ਮਤਲਬ ਲੌਂਗ ਟਰਮ ਲਈ ਚਲਾਏਗਾ ਬਿਜ਼ਨਸ। ਉਹ ਜੇ ਉਹਦਾ ਕੰਮ ਚੱਲ ਗਿਆ ਤਾਂ ਹੋਰ ਚਲਾਏਗਾ ਬਿਜ਼ਨਸ, ਜੇ ਘੱਟ ਚੱਲਿਆ ਤਾਂ ਥੋੜ੍ਹੀ ਦੇਰ ਬਾਅਦ ਬੰਦ ਕਰ ਦੇਗਾ। ਤਾਂ ਬਿਜ਼ਨਸ ਹਮੇਸ਼ਾ ਲੌਂਗ ਟਰਮ ਲਈ ਹੁੰਦਾ। ਅਕਾਊਂਟਿੰਗ ਪੀਰੀਅਡ ਕੰਸੈਪਟ। ਹੁਣ ਕਾਊਂਟਿੰਗ ਪੀਰੀਅਡ ਦਾ ਕੰਸੈਪਟ ਜੇ ਆਪਾਂ ਨੇ ਇਹ ਸਮਝ ਲਿਆ ਕਿ ਲੌਂਗ ਟਰਮ ਲਈ ਹੁੰਦਾ, ਤਾਂ ਸਾਨੂੰ ਇਹ ਵੀ ਤਾਂ ਦੇਖਣਾ ਸਾਡਾ ਮੁਨਾਫਾ ਕਿੰਨਾ ਹੋਇਆ। ਅਸੀਂ ਉਹਨੂੰ ਸਾਲ ਦੇ ਅੰਤ ਵਿੱਚ ਹੀ ਦੇਖਾਂਗੇ ਨਾ ਕਿ ਸਾਡੇ ਕੋਲ ਅਸੀਂ ਕਿੰਨਾ ਕੈਪੀਟਲ ਲਗਾਈ, ਕਿੰਨੀ ਪੂੰਜੀ ਲਗਾਈ ਅਤੇ ਕਿੰਨਾ ਸਾਡੇ ਕੋਲ ਪੈਸਾ ਆਇਆ। ਕਿੰਨਾ ਪੈਸਾ ਆਇਆ ਤਾਂ ਕਿੰਨੀ ਪੂੰਜੀ ਅਸੀਂ ਲਗਾਈ, ਉਹ ਅਸੀਂ ਸਾਲ ਦੇ ਅੰਤ ਵਿੱਚ ਹੀ ਦੇਖਾਂਗੇ ਨਾ। ਉਸ ਨੂੰ ਕਹਿੰਦੇ ਅਕਾਊਂਟਿੰਗ ਪੀਰੀਅਡ ਕੰਸੈਪਟ। ਪ੍ਰੋਫਿਟ ਆਫ ਟ੍ਰਾਂਜੈਕਸ਼ਨਸ ਟੂ ਬੀ ਅਸਰਟੇਨਡ ਫੋਰ ਅ ਸਪੈਸੀਫਿਕ ਟਾਈਮ। ਸਪੈਸੀਫਿਕ ਟਾਈਮ ਕੀ ਹੋਏਗਾ? ਸਾਲ ਦੇ ਅੰਤ ਹੀ ਹੋਏਗਾ। ਕੋਈ 6 ਮਹੀਨਿਆਂ ਦਾ ਵੀ ਕਰ ਸਕਦਾ, ਐਸਾ ਨਹੀਂ ਹੈ। ਮਗਰ ਜੇ ਆਪਾਂ ਅਕਾਊਂਟਿੰਗ ਦੇ ਕੰਸੈਪਟ ਦੁਆਰਾ ਚੱਲੀਏ, ਐਜ਼ ਅ ਪ੍ਰੋਫੈਸ਼ਨਲ ਚੱਲੀਏ, ਤਾਂ ਸਾਲ ਦੇ ਐਂਡ ਵਿੱਚ ਹੀ ਹੁੰਦਾ। ਫਾਈਨੈਂਸ਼ੀਅਲ ਈਅਰ ਵਿੱਚ ਹੀ ਹੁੰਦਾ। ਫਾਈਨੈਂਸ਼ੀਅਲ ਈਅਰ ਮਤਲਬ 1 ਅਪ੍ਰੈਲ ਟੂ 31 ਮਾਰਚ, ਅਤੇ ਕੈਲੰਡਰ ਈਅਰ ਕਿਹੜਾ ਹੁੰਦਾ? 1 ਜਨ ਟੂ 31 ਦਸੰਬਰ। ਮੈਂ ਸਾਡੇ ਅਕਾਊਂਟਿੰਗ 'ਚ ਕੀ ਫੋਲੋ ਕੀਤਾ ਜਾਂਦਾ? ਜ਼ਿਆਦਾਤਰ ਫਾਈਨੈਂਸ਼ੀਅਲ ਈਅਰ ਕੀਤਾ ਜਾਂਦਾ, ਮਤਲਬ ਫੋਲੋ ਕੀਤਾ ਜਾਂਦਾ। ਤਾਂ ਉਸ ਤੋਂ ਬਾਅਦ ਡਿਊ ਰਿਸਪੈਕਟ। ਡਿਊ ਰਿਸਪੈਕਟ ਕਿਹਨੂੰ ਕਹਾਂਗੇ ਆਪਾਂ? ਸੋਚੋ ਕਿ ਆਪਾਂ ਡਿਊ ਰਿਸਪੈਕਟ ਤੁਹਾਨੂੰ ਸਮਝਾਇਆ ਸੀ ਕਿ ਦੋਨੋਂ ਤਰਫਾ ਫਰਕ ਪੈਣਾ। ਆਪਾਂ ਅਕਾਊਂਟ ਦੀ ਜਨਰਲ ਐਂਟਰੀ ਇੱਕ ਚੀਜ਼ ਡੈਬਿਟ ਕਰਦੇ ਹਾਂ, ਇੱਕ ਚੀਜ਼ ਕ੍ਰੈਡਿਟ ਕਰਦੇ ਹਾਂ। ਪੈਸਾ ਆਉਂਦਾ ਤਾਂ ਉਹਨੂੰ ਡੈਬਿਟ ਕਰਦੇ ਹਾਂ। ਪੈਸਾ ਮਤਲਬ ਆਇਆ ਸਾਡੇ ਕੋਲ, ਉਹਦਾ ਇੱਕ ਪਰਟੀਕੂਲਰ ਅਕਾਊਂਟ ਬਣਿਆ, ਖਾਤਾ ਬਣਿਆ, ਉਸ 'ਚ ਪੈਸਾ ਗਿਆ। ਉਹ ਪੈਸਾ ਗਿਆ, ਠੀਕ ਹੈ ਨਾ। ਸੇਲ ਹੋਈ, ਸੇਲ ਦਾ ਖਾਤਾ ਬਣਿਆ, ਸੇਲ ਵਿੱਚੋਂ ਆਪਾਂ ਨੂੰ ਉਹ ਅਮਾਊਂਟ ਮਤਲਬ ਕਿ ਉਸ ਵਿੱਚ ਇਹ ਦੱਸਦਾ ਕਿ ਇੰਨੀ ਸੇਲ ਹੋ ਚੁੱਕੀ ਹੈ, ਇੰਨਾ ਮਾਲ ਜਾ ਚੁੱਕਿਆ, ਠੀਕ ਹੈ ਨਾ। ਇੰਨੀ ਸੇਲ ਹੋ ਚੁੱਕੀ ਹੈ। ਜੇ ਆਪਾਂ ਕੁਝ ਪਰਚੇਸ ਕੀਤਾ ਤਾਂ ਪਰਚੇਸ ਦੇ ਖਾਤੇ ਸਾਡੇ ਕੋਲ ਇੰਨਾ ਮਾਲ ਆ ਗਿਆ।
ਤੇ ਸਾਡੇ ਕੈਸ਼ ਵਿੱਚੋਂ ਇੰਨਾ ਪੈਸਾ ਚਲਾ ਗਿਆ, ਤਾਂ ਹੀ ਸਾਨੂੰ ਪਤਾ ਲੱਗਣਗੇ ਕਿ ਸਾਡੇ ਕਿੰਨੇ ਅਸੀਂ ਕਿੰਨੀਆਂ ਚੀਜ਼ਾਂ ਖਰੀਦੀਆਂ ਤੇ ਕਿੰਨਾ ਅਸੀਂ ਖਰਚਾ ਕੀਤਾ ਉਹਦੇ ਉੱਪਰ, ਤੇ ਕਿੰਨਾ ਉਧਾਰੀ 'ਤੇ ਖਰਚਾ ਕੀਤਾ। ਸਾਰੇ ਅਕਾਊਂਟਸ ਬਣਨਗੇ, ਖਾਤੇ ਬਣਨਗੇ। ਉਹ ਹੁੰਦਾ ਡਿਊਅਲ ਐਸਪੈਕਟ, ਹਰੇਕ ਖਾਤੇ ਦੀ ਰਿਕਾਰਡਿੰਗ ਕਰਨਾ। ਜੇ ਇੱਕ ਪਾਸੇ ਉਹ ਚੀਜ਼ ਪਲੱਸ ਹੋ ਰਹੀ ਹੈ ਤਾਂ ਦੂਜੇ ਪਾਸੇ ਉਹ ਮਾਈਨਸ ਤਾਂ ਹੋਏਗੀ ਨਾ। ਤੁਸੀਂ ਕਿਸੇ ਦੁਕਾਨਦਾਰ ਤੋਂ ਕੁਝ ਖਰੀਦਣ ਜਾਂਦੇ ਹੋ ਤਾਂ ਕੁਝ ਲੈ ਕੇ ਹੀ ਆਉਂਦੇ ਹੋ ਨਾ ਪੈਸੇ, ਤਾਂ ਇੱਕ ਪਾਸੋਂ ਹੱਥੋਂ ਦਿੰਦੇ ਹੋ, ਇੱਕ ਪਾਸੋਂ ਲੈਂਦੇ ਹੋ, ਤਾਂ ਦੋਨੋਂ ਤਰਫਾ ਫਰਕ ਪੈ ਰਿਹਾ। ਉਹੀ ਕੰਸੈਪਟ ਉਰੇ ਲੱਗ ਰਿਹਾ, ਡਿਊਅਲ ਐਸਪੈਕਟ। ਤਾਂ ਰਿਲਾਈਜੇਸ਼ਨ ਕੰਸੈਪਟ ਸਟੇਟਸ ਕੀ ਮਤਲਬ ਕੀ ਹੋਇਆ ਕਿ ਬਿਜ਼ਨਸ ਟ੍ਰਾਂਜੈਕਸ਼ਨ ਸ਼ੁੱਡ ਬੀ ਇੰਕਲੂਡਿਡ ਅਕਾਊਂਟਿੰਗ ਵੈਨ ਇਟ ਰਿਲਾਈਜ਼, ਮਤਲਬ ਕਿ ਉਹਦਾ ਰਿਲਾਈਜ਼ ਹੋਣਾ ਜ਼ਰੂਰੀ ਹੈ। ਕੋਈ ਗੱਲ ਆ ਕੇ ਕਰਕੇ ਚਲਾ ਗਿਆ ਕਿ ਮੈਂ ਤੁਹਾਡੇ ਤੋਂ ਚੀਜ਼ ਖਰੀਦਣੀ ਹੈ, ਮਗਰ ਫਿਰ ਮੁੜ ਕੇ ਆਇਆ ਨਾ, ਉਹਦਾ ਮਤਲਬ ਨਾ ਹੋਇਆ ਰਿਲਾਈਜੇਸ਼ਨ। ਮਤਲਬ ਉਦੋਂ ਹੋਇਆ ਕਿ ਜਦੋਂ ਤੁਹਾਨੂੰ ਆਰਡਰ ਦੇ ਕੇ ਚਲਾ ਗਿਆ, ਤੁਹਾਨੂੰ ਕੁਛ ਐਡਵਾਂਸ ਦੇ ਕੇ ਚਲਾ ਗਿਆ, ਉਹਨੂੰ ਕਹਿੰਦੇ ਰਿਲਾਈਜੇਸ਼ਨ ਕੰਸੈਪਟ ਸੋਰੀ। ਐਕਚੁਅਲ 'ਚ ਕੋਈ ਟ੍ਰਾਂਜੈਕਸ਼ਨ ਹੋਈ ਹੈ, ਕੁਛ ਹੋਇਆ, ਮਤਲਬ ਕੁਛ ਪੈਸੇ ਉਹ ਦੇ ਕੇ ਗਏ ਹੈ, ਜਾਂ ਕੁਛ ਕਰੋ ਸਪੋਜ਼ ਕਰੋ ਉਧਾਰੀ 'ਤੇ ਦੇ ਕੇ ਮਾਲ ਉਸਨੇ ਆਰਡਰ ਕਰ ਦਿੱਤਾ ਗਿਆ, ਉਹਨੂੰ ਕਹਿੰਦੇ ਰਿਲਾਈਜੇਸ਼ਨ ਕੰਸੈਪਟ। ਮੈਚਿੰਗ ਕੰਸੈਪਟ ਹੁੰਦਾ ਪਰਟੀਕੂਲਰ ਪੀਰੀਅਡ, ਮਤਲਬ ਰੈਵਨਿਊ ਐਂਡ ਐਕਸਪੈਂਸਿਸ ਇਨਕਰਡ ਟੂ ਅਰਨ ਦੀ ਰੈਵਨਿਊ ਮਸਟ ਬੀ ਬਿਲੋਂਗਿੰਗ ਟੂ ਦ ਸੇਮ ਅਕਾਊਂਟਿੰਗ ਪੀਰੀਅਡ। ਪਰਟੀਕੂਲਰ ਪੀਰੀਅਡ, ਸੇਮ ਅਕਾਊਂਟਿੰਗ ਪੀਰੀਅਡ ਵਿੱਚ ਜਿੰਨੇ ਵੀ ਇੱਕ ਰੈਵਨਿਊ ਹੋਇਆ ਸਾਨੂੰ, ਮਤਲਬ ਸਾਨੂੰ ਜਿੰਨਾ ਵੀ ਅਸੀਂ ਮੁਨਾਫਾ ਕੀਤਾ, ਮਤਲਬ ਕਿ ਮੁਨਾਫਾ ਮਤਲਬ ਕਹਿ ਲਓ ਤੁਸੀਂ ਕਿ ਰੈਵਨਿਊ ਮਤਲਬ ਕਿ ਪਰਟੀਕੂਲਰ ਪੀਰੀਅਡ 'ਚ ਅਸੀਂ ਜਿੰਨਾ ਪੈਸਾ ਕਮਾਇਆ, ਤਾਂ ਜਿੰਨਾ ਅਸੀਂ ਖਰਚੇ ਕੀਤੇ ਹੈ, ਉਹ ਸਾਰਾ ਦਿਖਾਉਣਾ ਉਸ ਕੰਸੈਪਟ ਪੂਰੇ ਖਾਤੇ ਵਿੱਚ। ਜਿਵੇਂ ਅਸੀਂ PLN ਅਕਾਊਂਟ ਬਣਾਉਂਦੇ ਹਾਂ, ਤਾਂ ਉਹਦਾ ਹੀ ਕੰਸੈਪਟ ਹੋ ਗਿਆ, ਮੈਚਿੰਗ ਕੰਸੈਪਟ ਹੀ ਹੋ ਗਿਆ। ਇੱਕ ਪਾਸੇ ਅਸੀਂ ਖਰਚੇ ਦਿਖਾ ਦਿੰਦੇ ਹਾਂ, ਇੱਕ ਪਾਸੇ ਅਸੀਂ ਇਨਕਮਸ ਦਿਖਾ ਦਿੰਦੇ ਹਾਂ, ਠੀਕ ਹੈ ਨਾ। ਤਾਂ ਉਹ ਪਰਟੀਕੂਲਰ ਅਕਾਊਂਟ ਪੀਰੀਅਡ 'ਚ ਉਹ ਸਾਰੀਆਂ ਚੀਜ਼ਾਂ ਦਿਖਾਉਣੀਆਂ ਹੀ ਮੈਚਿੰਗ ਕੰਸੈਪਟ ਕਹਿੰਦੇ ਆ। ਇਸ ਤੋਂ ਇਲਾਵਾ ਇੱਕ ਕੰਸੈਪਟ ਹੋਰ ਸੀ ਜੋ ਇਸ ਵਿੱਚ ਇਨਕਲੂਡ ਹੈ, ਕੰਜ਼ਰਵੇਟਿਜ਼ਮ ਕੰਸੈਪਟ। ਕੰਜ਼ਰਵੇਟਿਜ਼ਮ ਕੰਸੈਪਟ ਦਾ ਮਤਲਬ ਕੀ ਹੋਇਆ, ਸੋਚੋ ਕਿ ਕੰਜ਼ਰਵੇਟਿਜ਼ਮ ਕੰਸੈਪਟ ਕਿਹਨੂੰ ਕਹਾਂਗੇ ਆਪਾਂ। ਤੁਹਾਨੂੰ ਪਿੱਛੇ ਵੀ ਪੜ੍ਹਾਇਆ। ਉਸਦਾ ਮਤਲਬ ਇਹ ਹੋਇਆ ਕਿ ਜਦੋਂ ਅਸੀਂ ਜਦੋਂ ਅਕਾਊਂਟਸ ਬਣਾਉਂਦੇ ਹਾਂ ਨਾ, ਤਾਂ ਅਕਾਊਂਟਸ ਵਿੱਚ ਜਿਹੜੀ ਲਾਇਬਿਲਿਟੀ ਹੁੰਦੀ ਹੈ, ਅਸੀਂ ਜਿਨ੍ਹਾਂ ਤੋਂ ਪੈਸਾ ਦੇਣਾ ਹੁੰਦਾ ਹੈ, ਅਸੀਂ ਜਿਨ੍ਹਾਂ ਨੂੰ ਪੈਸਾ ਦੇਣ ਲਾਇਬਿਲਿਟੀ ਦੇਣੀ ਹੁੰਦੀ ਹੈ, ਉਸ ਵਿੱਚ ਜਿਹੜੀ ਆਪਾਂ ਮਤਲਬ ਜਿਹੜੀ ਲਾਇਬਿਲਿਟੀ ਜਿਹੜੀ ਹੈ, ਮਤਲਬ ਕਿ ਸਪੋਜ਼ ਕਰੋ ਮੈਂ ਤੁਹਾਨੂੰ ਕਿਵੇਂ ਸਮਝਾਵਾਂ। ਕੰਟੀਜੈਂਟ ਲਾਇਬਿਲਿਟੀ ਦਾ ਨਾਮ ਤੁਹਾਨੂੰ ਮੈਂ ਦੱਸਿਆ ਸੀ। ਕੰਟੀਜੈਂਟ ਲਾਇਬਿਲਿਟੀ ਕੀ ਹੁੰਦੀ ਹੈ? ਕੰਟੀਜੈਂਟ ਲਾਇਬਿਲਿਟੀ ਹੁੰਦੀ ਹੈ ਕਿ ਮੈਨੇ ਇੰਨਾ ਪੈਸਾ ਦੇਣਾ ਤਾਂ ਹੈ, ਮਤਲਬ ਉਹਦੇ ਨਾਲ ਸਾਡਾ ਡਿਸਪਿਊਟ ਚੱਲ ਰਿਹਾ। ਉਹ ਕਹਿੰਦਾ ਤੈਨੇ 8000 ਦੇਣਾ, ਮੈਂ ਕਿਹਾ ਨਹੀਂ ਮੈਨੇ ਤਾਂ 6000 ਦੇਣਾ। ਇਸਦੇ ਉੱਪਰ ਪਾਸੇ ਹਾਈ ਕੋਰਟ ਚਲੇ ਗਏ, ਹਾਈ ਕੋਰਟ 'ਚੋਂ ਕੇਸ ਪੈਂਡਿੰਗ ਪੈ ਗਿਆ, ਮਗਰ ਮੈਂ ਉਸਨੂੰ ਦਿਖਾ ਰਿਹਾ, ਮੈਂ ਉਹਨੂੰ ਲਾਇਬਿਲਿਟੀ ਸਾਈਡ ਦਿਖਾ ਰਿਹਾ ਕਿ ਮੈਂ ਤਾਂ 6000 ਵਾਲੀ ਅਮਾਊਂਟ ਕਹਿ ਰਿਹਾ, ਮੈਂ ਤਾਂ ਠੀਕ ਹੈ ਨਾ, ਮੈਂ ਉਹਨੂੰ ਦਿਖਾ ਰਿਹਾ। ਮਗਰ ਮੈਂ ਜਦੋਂ ਮੈਨੇ ਪ੍ਰੋਫਿਟ ਕਮਾਉਣਾ ਹੁੰਦਾ ਨਾ, ਪ੍ਰੋਫਿਟ ਵਿੱਚ ਮੈਂ ਇਹ ਚੀਜ਼ ਨਹੀਂ ਦਿਖਾਉਂਦਾ, ਪ੍ਰੋਫਿਟ 'ਚ ਮੈਂ ਇਹ ਚੀਜ਼ ਨਹੀਂ ਦਿਖਾਉਂਦਾ ਹੁੰਦਾ। ਕੰਟੀਜੈਂਟ ਰੈਵਨਿਊ ਬਾਰੇ ਨਹੀਂ ਅਸੀਂ ਕੋਈ ਗੱਲ ਕਰਦੇ ਹੁੰਦੇ ਕਿ ਇੱਥੋਂ ਉਹਨੂੰ ਇੰਨਾ ਪੈਸਾ ਆਉਣਾ, ਉਹਦੇ ਬਾਰੇ ਅਸੀਂ ਕੋਈ ਗੱਲ ਨਹੀਂ ਕਰਦੇ। ਉਹਨੂੰ ਕਹਿੰਦੇ ਕੰਜ਼ਰਵੇਟਿਜ਼ਮ ਕੰਸੈਪਟ। ਕੰਜ਼ਰਵੇਟਿਵ 'ਚ ਇਹ ਵੀ ਹੁੰਦਾ ਹੈ ਕਿ ਜਿਹੜਾ ਕਲੋਜ਼ਿੰਗ ਸਟਾਕ ਹੁੰਦਾ ਨਾ, ਕਲੋਜ਼ਿੰਗ ਸਟਾਕ ਜਿਹੜਾ ਸਾਲ ਦੇ ਅੰਤ ਵਿੱਚ ਪੈਸਾ ਬਚ ਜਾਂਦਾ, ਪੈਸਾ ਨਹੀਂ ਮਤਲਬ ਜਿਹੜੇ ਗੁੱਡਸ ਬਚ ਜਾਂਦੇ, ਗੁੱਡਸ ਬਚ ਜਾਂਦੇ ਆ। ਗੁੱਡਸ ਮਤਲਬ ਜਿੰਨੇ ਪ੍ਰੋਡਕਟਸ ਬਚ ਜਾਂਦੇ ਆ, ਜਿੱਦਾਂ ਆਪਾਂ ਬਿਜ਼ਨਸ ਕਰ ਰਹੇ ਹਾਂ, ਉਹ ਸਾਲ ਦੇ ਅੰਦਰ ਜਿੰਨਾ ਬਚ ਗਿਆ ਮਾਲ, ਕੋਈ ਕੱਪੜਿਆਂ ਦਾ ਬਿਜ਼ਨਸ ਕਰ ਰਿਹਾ, ਕੱਪੜੇ ਸਾਲ ਦੇ ਅੰਦਰ ਉਸਦੇ ਗੁੱਡਸ ਬਚ ਗਏ, ਗੁੱਡਸ ਕਵਾਂਗੇ ਉਹਨੂੰ ਆਪਾਂ, ਬਚ ਗਏ। ਉਸਦੀ ਵੈਲਿਊ ਕਿਸ ਤਰ੍ਹਾਂ ਹੋਏਗੀ? ਵੈਲਿਊ ਉਹਦੀ ਮਾਰਕੀਟ ਵੈਲਿਊ ਵੱਲ ਉੱਪਰ ਹੋਏਗੀ, ਜਿੰਨੀ ਮਾਰਕੀਟ 'ਚ ਵੈਲਿਊ, ਜਿੰਨੀ ਉਹਦੀ ਐਕਚੁਅਲ ਕੋਸਟ ਵੈਲਿਊ ਹੈ। ਤਾਂ ਉਸ ਵਿੱਚ ਕੀ ਕਹਿੰਦਾ ਕੰਜ਼ਰਵੇਟਿਜ਼ਮ ਕਨਸੈਪਟ? ਉਹ ਕਹਿੰਦਾ ਕਿ ਇਹਨਾਂ ਦੋਨੋਂ 'ਚ ਜਿਹੜੀ ਲੈਸ ਹੋਏਗੀ ਉਹ ਹੋਏਗੀ, ਭਾਵੇਂ ਉਹ ਮਾਰਕੀਟ ਹੋਵੇ ਭਾਵੇਂ ਕੋਸਟ ਹੋਵੇ। ਠੀਕ ਹੈ ਫਰੈਂਡਸ, ਤੁਹਾਨੂੰ ਅਕਾਊਂਟਿੰਗ ਕਨਸੈਪਟ ਸਮਝ ਆਇਆ ਨਾ? ਜਿਸ ਤੋਂ ਬਾਅਦ ਵੀ ਤੁਹਾਨੂੰ ਜੇ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਮੈਨੂੰ ਦੁਬਾਰਾ ਕਮੈਂਟ ਕਰੋ, ਮੈਂ ਤੁਹਾਨੂੰ ਦੁਬਾਰਾ ਵੀ ਸਮਝਾ ਦਾਂਗਾ। ਠੀਕ ਹੈ ਫਰੈਂਡਸ, ਤਾਂ ਅੱਗੇ ਆਪਾਂ ਹੁਣ ਟ੍ਰਾਇਲ ਬੈਲੈਂਸ ਦੇਖਣ ਲੱਗੇ ਹਾਂ ਕਿ ਟ੍ਰਾਇਲ ਬੈਲੈਂਸ ਕਿਹਨੂੰ ਕਹਿੰਦੇ ਆ। ਟ੍ਰਾਇਲ ਬੈਲੈਂਸ ਰੈਫਰ ਟੂ ਸ਼ਡਿਊਲ in which the balances of the all ledger books are assembled into debit and credit columns to check the arithmetical accuracy of the entries posted in the ledger accounts। ਮੈਂ ਤੁਹਾਨੂੰ ਹੁਣੇ ਸਮਝਾਇਆ ਕਿ ਲੈਜਰ ਅਕਾਊਂਟ 'ਚ ਜਿੰਨੀਆਂ ਵੀ ਅਸੀਂ ਐਂਟਰੀਆਂ ਪੋਸਟ ਕੀਤੀਆਂ ਉਹਦੀ ਐਕੂਰੇਸੀ ਚੈੱਕ ਕਰਨੀ ਕਿ ਇਹ ਚੀਜ਼ ਠੀਕ ਹੈ ਨਾ, ਦੋਨੋਂ ਪਾਸੇ ਉਹਦਾ ਅਸਰ ਪਿਆ ਹੈ ਨਾ। ਉਹਦਾ ਇੱਕ ਅੱਗੇ ਟ੍ਰਾਇਲ ਪਹਿਲਾਂ ਤੁਹਾਨੂੰ ਦਿਖਾਉਣਾ ਕਿ ਉਹਦਾ ਇੱਕ ਪਰਫੋਰਮਾ ਹੁੰਦਾ। ਪਰਫੋਰਮਾ ਤੁਹਾਨੂੰ ਮੈਂ ਅੱਗੇ ਦਿਖਾਵਾਂਗਾ, ਜਿਸ ਵਿੱਚ ਅਸੀਂ ਡੈਬਿਟ ਕ੍ਰੈਡਿਟ ਲਿਖਦੇ ਹਾਂ ਕਿ ਇਸ ਪਰਟੀਕੂਲਰ ਅਕਾਊਂਟ ਦਾ ਇੰਨਾ ਬੈਲੈਂਸ ਹੈ ਨਾ,
इन्ना डेबिट बैलेंस है ना इस पर्टिकुलर अकाउंट का, इन्ना क्रेडिट बैलेंस है ना, वो तुहानूं मैं अगे समझावांगा। ऑब्जैक्टिव्स की हैं दे टू चैक दी अर्थमैटिकल एक्यूरेसी, हैज़ इट बेस्ड ऑन डबल एंट्री प्रिंसीपल। डबल एंट्री प्रिंसीपल सुनने से दोनों पासे उसका इफैक्ट पै रहा, ऑफ डेबिट इक्वल्स टू क्रेडिट, जिन्ना प्लस उन्ना ही माइनस। द डेबिट एंड क्रेडिट कॉलम्स ऑफ ट्रायल बैलेंस मस्ट आलवेज भी इक्वल, दोनों का इक्वल होने चाहिए, टोटल दोनों का इक्वल होना, जिन्ना डेबिट का टोटल होएगा उन्ना ही क्रेडिट का टोटल होना चाहिए। वो तो मैं अगर जो परफॉर्मा आएगा ना उस मैं तुम्हें समझावांगा। इफ नोट जे नहीं हो रहा तो इस मन के चलो कि तुहाडे कोई ऊपर कोई एंट्री गलत करके आ रहे हो। ठीक है फ्रेंड्स, तुसीं मन के चलो कि ऊपर कोई एंट्री तुसीं गलत करके आ रहे हो। ਤਾਂ ਉਸ ਤੋਂ ਅੱਗੇ ਜਿਹੜਾ ਦੂਜਾ ਹੈਗਾ ਇਹਦਾ ਆਬਜੈਕਟਿਵ ਟੂ ਹੈਲਪ ਦੀ ਲੋਕੇਟ ਦੀ ਅਕਾਊਂਟਿੰਗ ਐਰਰਸ। ਇਸ ਵਿੱਚ ਸਾਨੂੰ ਐਰਰ ਵੀ ਪਤਾ ਲੱਗਦੇ ਆ, ਉਹ ਐਰਰ ਦੀ ਗੱਲ ਆਪਾਂ ਅੱਗੇ ਕਰਾਂਗੇ। ਠੀਕ ਹੈ, ਤਾਂ ਇਸ ਵਿੱਚ ਕੋਈ ਐਰਰ ਕੋਈ ਐਂਟਰੀ ਪਾਣਾ ਭੁੱਲ ਗਿਆ, ਕੋਈ ਮਤਲਬ ਕਿ ਕੋਈ ਐਂਟਰੀ ਪਾਣਾ ਭੁੱਲ ਗਿਆ, ਕੋਈ ਐਸੀ ਚੀਜ਼ ਕਰ ਗਿਆ ਕਿ ਸਪੋਜ਼ ਕਰੋ ਮੈਨੇ ਕੈਸ਼ 'ਚ ਸੇਲ ਕੀਤੀ ਸੀ, ਮੈਨੂੰ ਕਿ ਮੈਨੇ ਕ੍ਰੈਡਿਟ 'ਤੇ ਦਿਖਾਤੀ, ਮੈਨੂੰ ਉਹਨੂੰ ਚੱਕ ਕੇ ਸੇਲ ਬੁੱਕ 'ਚ ਚੱਕ ਕੇ ਦਿਖਾਤਾ। ਸੇਲ ਬੁੱਕ ਕੀ ਹੁੰਦੀ ਹੈ, ਕ੍ਰੈਡਿਟ 'ਚ ਕੀਤੀ ਹੁੰਦੀ ਹੈ, ਉਹ मैंने ਉੱਚ ਚੱਕ ਕੇ ਦਿਖਾਤਾ, प्रिंसीपल एरर करता शायद मैंने। ठीक है ना, ऐसे एरर जेडे मैंने हैज़ अ मतलब कि एरर्स मैंने करते, मतलब कि जो चीज़ स्टैंडर्ड सी जो कन्वेंशन सी उसनों ना फॉलो करके मैंने गलती करती, गलती मतलब मैंने गलत अकाउंट 'ਚ दिखाते। वो भी लोकेट करता, वो दसदा है कि तुहानूं की चीज़ किवें गलत की है। उपरले अकाउंट्स लैजर तो सानूं ये चीज़ पता लग जाती है, लैजर की एक अमाउंट सही पई होएगी तो एक अमाउंट शायद गलत पाई होएगी, तां करके हो सकता। ठीक है फ्रेंड्स, टू समराइज द फाइनैशियल ट्रांजैक्शंस, इट इज़ प्रिपेयर्ड विद द व्यू टू समराइज ऑल द फाइनैशियल ट्रांजैक्शन ऑफ बिजनेस। आप ट्रायल बैलेंस भी देखते हैं कि साढ़े कोल सारी इकट्ठी अमाउंट हो जाती है कि कैश का इन्ना साढ़े कोल डेबिट बैलेंस है। वो तुहानूं अगे समझ डेबिट ते क्रेडिट बैलेंस क्यों, जो तुसीं लैजर पोस्टिंग करदे हो उत्थों ही तुहानूं समझ आ जाएगा। टू समराइज द फाइनैशियल ट्रांजैक्शन मतलब इट इज़ प्रिपेयर्ड विद द व्यू टू समराइज ऑफ द फाइनैशियल ट्रांजैक्शन ऑफ व्यू, किन्नी सेल की अमाउंट पई है अपने को क्रेडिट 'ਚ, किन्नी साढ़े कोल कैपिटल पई है क्रेडिट 'ਚ, किन्ने एक्सपेंसिव डेबिट 'ਚ खड़े हैं, वो सारी ट्रांजैक्शन सानूं समराइज होकर पता लग जाती हैं। टू प्रोवाइड द बेसिस फॉर प्रिपेयरिंग फाइनल अकाउंट्स, सानूं एक बेसिस मिल जाते हैं फाइनल अकाउंट्स नूं प्रिपेयर करने लई। अगे जो यही अमाउंट्स अगे ट्रेडिड एंड PL अकाउंट 'ਚ जाती हैं, बैलेंस शीट 'ਚ जाती हैं, कैपिटल बैलेंस शीट 'ਚ जाती है, नहीं जाती है ना, कैपिटल बैलेंस शीट 'ਚ जाती है। As it is a statement of debit and credit balances, it is used to basis for prepare of the final accounts। तो अगे आप देखांगे वही एंट्रीज जी आप पिछे करके आए हैं, जिथे तो मैं लैजर समझाया सी, वही सेम एंट्रीज एक बार तुम उन्होंने देख लियो लैक्चर में तो तुम्हें समझ आ जाएगा कि वही एंट्रीज हैं। आई थिंक कि लैक्चर होएगा वो होएगा आई थिंक 6th 5th होएगा लैक्चर वो। ठीक है फ्रेंड्स, तो आप देखा पहली ट्रांजैक्शन की है, पहली इनू कहते जनरल एंट्री। ਜਿਹੜੇ नॉन कमर्स स्टूडेंट जिन्होंने नहीं समझ आया उन्होंने समझाना, ये होंगी जनरल एंट्री। जनरल एंट्री मतलब जिस डेट होंगे पर्टिकुलर होंगे लैजर फोलियो, लैजर फोलियो की होंगे जिस आप पर्टिकुलर खाते उसके नाम की एंट्री जी आप पोस्ट करते हैं। पोस्ट मतलब उस ट्रांसफर करते हैं, जिवें तुहाडा नाम राम है तो तुहाडे राम के नाम पर तुसीं कितना उधार खरीदे है, वो जो ओनर होएगा बिजनेस का तुहाडे सारे खाते दिखा देगा तुसीं इन्ना उधार खरीदे है, तो तुसीं कितना पैसा दिता है वो भी दिखा देगा तुहानूं इन्ना पैसा दिता है। तो महीने के अंत में तुहानूं दस देगा, एक पूरा क्लोज करके दस देगा तुहाडा इन्ना बकाया रहिंदा है, कैरी डाउन टू बैलेंस कैरी डाउन। तो वो चीज़ है डेबिट लैजर फोलियो, वो हो गया डेबिट क्रेडिट। डेबिट मतलब प्लस, क्रेडिट मतलब माइनस। पहली एंट्री की है परचेसिस अकाउंट डेबिट टू कैश अकाउंट। परचेसिस मतलब की होया, परचेसिस मतलब की होया कि साढ़े कोल माल आया मतलब प्लस होया, प्लस मतलब डेबिट होया, डेबिट मतलब 10,000 डेबिट करता। साढ़े तो की गया कैश गया, कैश मतलब माइनस होया, माइनस मतलब क्रेडिट होया तो ये आप उरे दिखाता क्रेडिट साइड। ठीक है फ्रेंड्स, दोनों पासे इफैक्ट दिखाना। जब आप परचेसिस अकाउंट खोलांगे तो परचेसिस आप 1000 रुपये डेबिट किया होएगा, तो कैश अकाउंट खोलांगे कैश 1000 रुपये क्रेडिट किया होएगा। क्रेडिट मतलब साढ़े हथों पैसा गया होएगा, माइनस होया होएगा। जे आप रूल्स में फॉलो करके चलिए तो परचेसिस मतलब डेबिट वर्ड्स, रियल अकाउंट की कहते हैं वर्ड्स कम इन,
व्हाट्स कम्स इन, क्रेडिट मतलब व्हाट गोस आउट। ਜੇ ਆਪਾਂ ਫੋਲੋ ਕਰਕੇ ਚੱਲੀਏ, ਤੁਹਾਨੂੰ ਅਕਾਊਂਟਸ ਵੀ ਨਾਲ ਨਾਲ ਫੋਲੋ ਕਰਨੇ। ਜੇ ਤੁਹਾਨੂੰ ਪਲੱਸ ਮਾਈਨਸ ਸਮਝ ਆ ਜਾਵੇ ਤਾਂ ਤੁਹਾਨੂੰ ਇਹ ਫੋਲੋ ਕਰਕੇ ਚੱਲਣਾ ਕਿ ਪਰਸਨਲ ਅਕਾਊਂਟ ਕੀ ਹੁੰਦਾ, ਰੀਅਲ ਅਕਾਊਂਟ ਕੀ ਹੁੰਦਾ, ਨੋਮੀਨਲ ਅਕਾਊਂਟ ਕੀ ਹੁੰਦਾ। ਅੱਗੇ 5ਵੇਂ ਦਿਨ ਦੀ ਐਂਟਰੀ, ਰੈਂਟ ਪੇਡ ਕੀਤਾ। ਰੈਂਟ ਪੇਡ ਕੀਤਾ ਮਤਲਬ ਰੈਂਟ ਦਾ ਆਪਾਂ ਕਿਉਂ ਪੇ ਕੀਤਾ, ਆਪਾਂ ਨੇ ਯੂਜ਼ ਕੀਤਾ ਸੀ ਉਸ ਨੂੰ, ਠੀਕ ਹੈ ਨਾ। ਯੂਜ਼ ਕਰਨ ਦਾ ਕੀ ਹੋਇਆ, ਸਾਨੂੰ ਕੁਛ ਮਿਲਿਆ, ਸਾਨੂੰ ਉਸ ਨੂੰ ਯੂਜ਼ ਕੀਤਾ ਆਪਾਂ ਨੇ। ਕਮਰੇ ਆਪਾਂ ਕੋਈ ਰੈਂਟ 'ਤੇ ਆਪਾਂ ਨੇ ਦੁਕਾਨ ਲਿੱਤੀ ਆ, ਅਸੀਂ ਉਸ ਨੂੰ ਯੂਜ਼ ਕਰਕੇ ਬਿਜ਼ਨਸ ਕੀਤਾ ਤਾਂ ਪਲੱਸ ਕਰਾਂਗੇ ਆਪਾਂ, ਕਿਉਂਕਿ ਬਿਜ਼ਨਸ ਕੀਤਾ ਆਪਾਂ ਉਹਦੇ ਨਾਲ, ਕੁਛ ਲਿੱਤਾ ਆਪਾਂ ਨੇ। ਜਿੱਦਾਂ ਮਾਲਕ ਸੀ ਦੁਕਾਨ ਤੋਂ, ਦੁਕਾਨਦਾਰ ਉਸ ਨੂੰ ਪੈਸੇ ਦੇ ਕੇ ਅਸੀਂ ਕੁਛ ਲਿੱਤਾ ਉਸ ਤੋਂ, ਅਸੀਂ ਉਸ ਨੂੰ ਯੂਜ਼ 'ਚ ਲਿਆਂਦਾ, ਜਿਹਦੇ ਨਾਲ ਸਾਡਾ ਬਿਜ਼ਨਸ ਚੱਲਿਆ, ਜਿਹਦੇ ਨਾਲ ਸਾਨੂੰ ਪ੍ਰੋਫਿਟਸ ਹੋਏ ਨੇ, ਠੀਕ ਹੈ ਨਾ। ਤਾਂ ਉਹ ਰੈਂਟ ਪੇਡ ਕੀਤਾ। ਰੈਂਟ ਪੇਡ ਅਕਾਊਂਟ ਡੈਬਿਟ, ਉਹ ਭਾਵੇਂ ਜ਼ਰੂਰੀ ਨਹੀਂ ਕਿ ਉਹ ਬਿਜ਼ਨਸ ਦਾ ਹੀ ਹੋਵੇ, ਕੋਈ ਹੋਰ ਖਰਚਾ ਵੀ ਹੋ ਸਕਦਾ, ਮੈਂ ਤੁਹਾਨੂੰ ਸਿਰਫ ਐਗਜ਼ਾਮਪਲ ਦੇ ਰਿਹਾ। ਅਤੇ ਗਿਆ ਕੀ ਸਾਡੇ ਹੱਥੋਂ ਕੈਸ਼ ਗਿਆ, ਮਾਈਨਸ ਕੀਤਾ ਆਪਾਂ ਨੇ, ਦੋਨੋਂ ਪਾਸੇ ਇਫੈਕਟ ਦਿਖਾਤਾ ਨਾ, ਇਹਨੂੰ ਕਹਿੰਦੇ ਡਿਊਲ ਅਸਪੈਕਟ, ਇੱਕ ਪਾਸੇ ਪਲੱਸ ਇੱਕ ਪਾਸੇ ਮਾਈਨਸ, ਠੀਕ ਹੈ। ਤਾਂ ਆਪਾਂ ਪਹਿਲੀ ਐਂਟਰੀ ਦੇਖੀ ਸੀ ਪਰਚੇਸ ਵਾਲੀ, ਤਾਂ ਪਰਚੇਸ ਵਾਲੀ ਆਪਾਂ ਨਾਲ ਦੀ ਨਾਲ ਇਹਦੀ ਲੈਜਰ ਐਂਟਰੀ ਵੀ ਦੇਖ ਲਈ ਹੈ, ਇਹਦੀ ਲੈਜਰ ਐਂਟਰੀ ਦੇਖ ਲਈ ਹੈ। ਮੈਂ ਦੁਬਾਰਾ ਕਿਉਂ ਕਰਾ ਰਿਹਾ ਤੁਹਾਨੂੰ, ਜਿਹੜੇ ਨੋ ਕਮਰਸ ਸਟੂਡੈਂਟ ਉਹਨਾਂ ਨੂੰ ਸਾਹਮਣੇ ਉਹਨਾਂ ਦੀ ਰਿਵੀਜ਼ਨ ਲੈ, ਰਿਵੀਜ਼ਨ ਤੋਂ ਬਾਅਦ ਅੱਗੇ ਫਿਰ ਆਪਾਂ ਜਿਹੜੇ ਬੱਚੇ ਕਮਰਸ ਸਟੂਡੈਂਟ ਅੱਗੋਂ ਸਮਝ ਰਹੇ ਸੀ ਤਾਂ ਉਹਨਾਂ ਦੀ ਅੱਗੇ ਆਪਾਂ ਟਰਾਇਲ ਬੈਲੈਂਸ ਅੱਜ ਹੀ ਕਰਾਂਗੇ, ਤਾਂ ਕਿ ਉਹਨਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ, ਠੀਕ ਹੈ ਨਾ। ਤਾਂ ਉਸ ਤੋਂ ਬਾਅਦ ਕੈਸ਼ ਅਕਾਊਂਟ ਆਪਾਂ ਨੇ ਪਹਿਲਾਂ ਦੇਖ ਲਿਆ, ਪਰਚੇਸਿਸ ਅਕਾਊਂਟ ਵਾਲਾ ਆਪਾਂ ਪਰਚੇਸਿਸ ਦਾ ਖਾਤਾ ਖੋਲਾਂਗੇ। ਪਰਚੇਸਿਸ ਦਾ ਖਾਤਾ ਖੋਲ੍ਹਿਆ, ਇਹਨੂੰ ਕਹਿੰਦੇ ਲੈਜਰ। ਡੇਟ ਹੁੰਦੀ ਹੈ, ਪਰਟੀਕੂਲਰ ਹੁੰਦੀ ਹੈ, ਜਨਰਲ ਫੋਲੀਓ ਹੁੰਦਾ, ਅਮਾਊਂਟ ਹੁੰਦੀ ਹੈ, ਡੇਟ ਹੁੰਦੀ ਹੈ, ਪਰਟੀਕੂਲਰ ਹੁੰਦੀ ਹੈ, ਜਨਰਲ ਫੋਲੀਓ ਹੁੰਦਾ, ਅਮਾਊਂਟ ਹੁੰਦੀ ਹੈ। ਇਹ ਡੈਬਿਟ ਸਾਈਡ ਹੁੰਦੀ ਹੈ, ਯਾਨੀ ਕਿ ਪਲੱਸ ਸਾਈਡ, ਠੀਕ ਹੈ। ਇਹ ਮਾਈਨਸ ਸਾਈਡ ਹੋਏਗੀ, ਠੀਕ ਹੈ ਫਰੈਂਡਸ। ਪਰਚੇਸਿਸ ਦੀ, ਪਰਚੇਸਿਸ ਕੀ ਦਾ ਰੂਲ ਕੀ ਕਹਿੰਦਾ, ਡੈਬਿਟ ਵਰਡਸ ਕਮਸ ਇਨ, ਜੋ ਮਾਲ ਆਇਆ ਸਾਡੇ ਕੋਲ, ਰੂਲ ਵੀ ਨਾਲ ਦੇਖਣੇ ਆ। ਕ੍ਰੈਡਿਟ ਵਰਡਸ ਗੋਜ਼ ਆਊਟ, ਜੋ ਗਿਆ ਸਾਡੇ ਤੋਂ, ਠੀਕ ਹੈ। ਤਾਂ ਆਪਾਂ ਉਰੇ ਪਰਚੇਸਿਸ ਅਕਾਊਂਟ ਡੈਬਿਟ ਕੀਤਾ ਸੀ, ਪਰਚੇਸਿਸ ਅਕਾਊਂਟ ਡੈਬਿਟ ਕੀਤਾ ਸੀ ਨਾ, ਇਹ ਪਰਚੇਸਿਸ ਦੇ ਨਾਮ 'ਤੇ ਹੀ ਹੈ, ਤਾਂ ਉਸ ਦੇ ਨਾਮ 'ਤੇ ਡੈਬਿਟ ਹੋਇਆ ਸੀ। ਡੈਬਿਟ 'ਤੇ 1000 ਰੁਪਇਆ ਪਾ ਦਾਂਗੇ ਉਰੇ ਅਮਾਊਂਟ, ਜਿਹਦੇ ਨਾਲ ਉਹਦਾ ਰਿਲੇਸ਼ਨ ਸੀ, ਕੈਸ਼ ਨਾਲ ਰਿਲੇਸ਼ਨ ਸੀ, ਕਿਉਂਕਿ ਕੈਸ਼ ਗਿਆ ਉਹ ਪਾ ਦਾਂਗੇ, ਪਰਚੇਸਿਸ ਨਹੀਂ ਪਾਵਾਂਗੇ ਉਰੇ ਟੂ ਕੈਸ਼ ਪਾਵਾਂਗੇ, ਠੀਕ ਹੈ ਨਾ। ਜੇ ਪਰਚੇਸਿਸ ਵਾਪਸ ਆਉਣਗੀਆਂ ਤਾਂ ਉਹ ਕ੍ਰੈਡਿਟ ਕਰ ਦਾਂਗੇ, ਠੀਕ ਹੈ ਨਾ, ਕਿਉਂਕਿ ਮਾਲ ਵਾਪਸ ਆ ਗਿਆ, ਠੀਕ ਹੈ ਨਾ। ਤਾਂ ਉਰੇ ਟੂ ਕੈਸ਼ ਪਾ ਕੇ 1000 ਰੁਪਇਆ ਪਾ ਦਾਂਗੇ, ਤਾਂ ਉਰੇ 1000 ਰੁਪਏ ਬਾਕੀ ਸਪੋਜ਼ ਕਰ ਹੋਰ ਕੋਈ ਐਂਟਰੀ ਨਹੀਂ ਹੈ ਤਾਂ ਟੋਟਲ ਕਰ ਦਾਂਗੇ। 1000 ਰੁਪਏ ਟੋਟਲ ਕਰਤਾ, ਉਰੇ 1000 ਰੁਪਏ ਟੋਟਲ ਕਰਤਾ, ਉਹਦੇ ਸਾਹਮਣੇ ਟੋਟਲ ਕਰਨਾ। ਜੇ ਉੱਪਰ ਕੋਈ ਐਂਟਰੀ ਨਹੀਂ ਹੈ ਤਾਂ ਉਰੇ ਦੱਸ ਦਾਂਗੇ ਇੰਨਾ ਬਕਾਇਆ ਸੀ 1000 ਰੁਪਇਆ, ਮਤਲਬ ਕਿ ਉਹਨੂੰ ਟੋਟਲ ਕਰਨ ਲਈ। ਤਾਂ ਇਹ ਹਮੇਸ਼ਾ ਡੈਬਿਟ ਬੈਲੈਂਸ ਹੋਏਗਾ। ਅੱਗੇ ਜਦੋਂ ਕਈ ਟਾਈਮ ਬਕਾਇਆ ਬਚਿਆ ਅਗਲੇ ਮਹੀਨੇ ਵੀ ਤਾਂ ਉਸ ਬਕਾਇਆ ਨੂੰ ਖੋਲ੍ਹਦੇ ਹਾਂ ਆਪਾਂ, ਮਤਲਬ ਕਿ ਅਗਲੇ ਮਹੀਨੇ ਵੀ ਤਾਂ ਉਸਦਾ ਦਿਖਾਉਂਦੇ ਹਾਂ, ਤਾਂ ਉਹਨੂੰ ਕਹਿੰਦੇ ਆ ਬਾਏ ਬਰੋਡ ਡਾਊਨ 1 ਫੈਬ ਨੂੰ, ਇੰਨਾ ਸਾਡੇ ਕੋਲ ਮਾਲ ਪਿਆ ਹੈ। ਤੁਸੀਂ ਕੋਈ ਕੱਪੜੇ ਦਾ ਕੰਮ ਕਰ ਰਹੇ ਹੋ, ਸਰਦੀਆਂ ਦਾ ਕੱਪੜੇ ਦਾ ਕੰਮ ਹੈ, ਤੁਸੀਂ ਜਿੰਨੀ ਸੇਲ ਕਰਨੀ ਸੀ ਕਰਦੀ, ਬਾਕੀ ਬਚ ਗਈ। ਅਤੇ ਜਿਹੜੇ ਐਗਜ਼ਾਮਪਲ ਦੇ ਰਹੇ ਇਸ ਨੂੰ ਇਹਦੇ ਨਾਲ ਰਿਲੇਟ ਨਾ ਕਰ ਲੈਣਾ, ਮਤਲਬ ਕਿ ਪਰਟੀਕੂਲਰ ਹਰੇਕ ਬਿਜ਼ਨਸ ਨਾਲ ਨਹੀਂ ਤੁਸੀਂ ਰਿਲੇਟ ਕਰ ਸਕਦੇ। ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਤੁਸੀਂ ਕੋਈ ਕੱਪੜਿਆਂ ਦਾ ਕੰਮ ਕਰਦੇ ਸੀ, ਸਰਦੀਆਂ ਦਾ ਕੰਮ ਸੀ, ਤਾਂ ਸਰਦੀਆਂ ਵਿੱਚ ਕੁਛ ਮਾਲ ਬਚ ਗਿਆ, ਨਵੰਬਰ ਦੇ ਮਹੀਨੇ ਦਾ ਮਾਲ ਦਸੰਬਰ 'ਚ ਨਵੰਬਰ ਦੇ ਮਹੀਨੇ ਦਾ ਮਾਲ ਕੁਛ ਬਚ ਗਿਆ, ਉਹਨੂੰ ਦਸੰਬਰ 'ਚ ਲੈ ਕੇ ਜਾਓਗੇ ਨਾ, ਇਹ ਛੱਡ ਦੋਗੇ ਉੱਥੇ ਹੀ। ਤਾਂ ਉਹੀ ਚੀਜ਼ ਉਰੇ ਕਹਿ ਰਹੇ ਕਿ ਉਹਨੇ ਕੈਸ਼ ਵਿੱਚ ਉਸਨੇ ਮਾਲ ਖਰੀਦਿਆ, ਤਾਂ ਕੈਸ਼ 'ਚ ਖਰੀਦਿਆ, ਹੋਰ ਕੋਈ ਐਂਟਰੀ ਨਹੀਂ ਹੋਈ, ਤਾਂ ਉਰੇ ਟੋਟਲ ਕਰਤਾ ਆਪਾਂ ਨੇ, ਟੋਟਲ ਕਰਤਾ ਉਹਦੇ ਸਾਹਮਣੇ ਕ੍ਰੈਡਿਟ ਦਾ ਟੋਟਲ ਕਰਤਾ, ਉਰੇ ਕੋਈ ਟ੍ਰਾਂਜੈਕਸ਼ਨ ਨਹੀਂ ਹੋਈ ਮਤਲਬ, ਬਟ ਉਹਨੂੰ ਮਿਲਾਉਣ ਲਈ ਆਪਾਂ ਕੀਤਾ। ਤਾਂ ਉਰੇ ਜਦੋਂ ਆਪਾਂ ਮਿਲਾਵਾਂਗੇ ਤਾਂ ਉਰੇ ਕੈਰੀ ਡਾਊਨ ਲਿਖਾਂਗੇ, ਠੀਕ ਹੈ, ਉਹੀ ਅਮਾਊਂਟ ਲਿਖਾਂਗੇ, ਫਿਰ ਟੂ ਬਾਏ ਬਰੋ ਡਾਊਨ 1000 ਰੁਪਇਆ ਕਰ ਦਾਂਗੇ, ਠੀਕ ਹੈ ਫਰੈਂਡਸ। ਤਾਂ ਦੂਜੀ ਐਂਟਰੀ ਕੀ ਸੀ, ਰੈਂਟ ਪੇ ਟੂ ਕੈਸ਼। ਤਾਂ ਨਾ ਉਸ ਤੋਂ ਪਹਿਲੇ ਆਪਾਂ ਕੈਸ਼ ਦੀ ਦੇਖ ਲੈਂਦੇ ਹਾਂ, ਕੈਸ਼ ਦਾ ਖਾਤਾ ਵੀ ਖੋਲਾਂਗੇ। ਕੈਸ਼ ਦਾ ਖਾਤਾ ਖੋਲ੍ਹ ਲਿਆ ਆਪਾਂ ਨੇ, ਕੈਸ਼ ਦੇ ਵਿੱਚ ਕੀ ਹੋਇਆ ਸੀ, ਕੈਸ਼ ਕ੍ਰੈਡਿਟ ਹੋਇਆ ਸੀ, ਇਹ ਡੈਬਿਟ ਸਾਈਡ ਹੈ, ਇਹ ਕ੍ਰੈਡਿਟ ਸਾਈਡ ਹੈ। ਕੈਸ਼ ਕ੍ਰੈਡਿਟ ਹੋਇਆ ਸੀ, ਮਾਈਨਸ ਹੋਇਆ ਸੀ, ਤਾਂ ਉਰੇ ਮਾਈਨਸ ਉਰੇ ਪਲੱਸ, ਠੀਕ ਹੈ। ਤਾਂ ਕੈਸ਼ ਕ੍ਰੈਡਿਟ ਹੋਇਆ ਸੀ ਤਾਂ ਉਰੇ ਅਮਾਊਂਟ ਲਿਖਤੀ, ਉਹਦੇ ਸਾਹਮਣੇ ਜਿੱਦਾਂ ਉਹਦਾ ਰਿਲੇਸ਼ਨ ਸੀ, ਕੈਸ਼ ਤਾਂ ਆਲਰੇਡੀ ਅਕਾਊਂਟ ਹੈ ਤਾਂ ਕੈਸ਼ ਅਕਾਊਂਟ ਨਹੀਂ ਲਿਖਾਂਗੇ ਉਰੇ ਜਿੰਨਾ ਉਹਦਾ ਰਿਲੇਸ਼ਨ ਸੀ ਉਹ ਪਾ ਕੇ ਬਾਈ ਪਰਚੇਸ ਅਕਾਊਂਟ ਲਿਖ ਦਾਂਗੇ, ਠੀਕ ਹੈ ਫਰੈਂਡਸ। ਤਾਂ ਉਸ ਤੋਂ ਬਾਅਦ ਅਗਲੀ ਐਂਟਰੀ ਰੈਂਟ ਪੇਡ ਟੂ ਕੈਸ਼।
रेंट पे टू कैश, रेंट अकाउंट देख लांगे ਆਪਾਂ, सॉरी रेंट पेड देख लांगे, रेंट कित्थे आ रहा, रेंट अकाउंट खोल लांगे, तो रेंट असी पे किया, मतलब कि रेंट असी कुछ सर्विस लीती है, प्लस टू कैश अकाउंट पैसा गया ना हथों साडे, रेंट अकाउंट मतलब कि डेबिट होया, रेंट डेबिट होया ना, तो इहदा जे आप नोमीनल अकाउंट नोमीनल रूल लाइए, की कहता नोमीनल रूल जो भी समझिए, तो डेबिट ऑल एक्सपेंसिस डेबिट ऑल एक्सपेंसिस ना, तो उरे आप डेबिट होया तो आप डेबिट पहले अमाउंट पावांगे, नाम नहीं पाना, पहले अमाउंट पानी है ना, अमाउंट पा के वो चैक कर लाँगे, उसके सामने जिदा वो रिलेशन है उन्होंने पा देना टू कैश अकाउंट, ठीक है, टू कैश अकाउंट। जे सपोज करो होर कोई एंट्री नहीं है तो टोटल करके 1000 रुपया, उसके सामने ये भी टोटल करके क्रेडिट का भी टोटल करके, सपोज करो ऊपर कोई एंट्री नहीं है तो उन्होंने मिलान ऊपर लिखांगे बाय कैरी डाउन 1000 रुपया, तो वो अगले महीने ब्रो डाउन हो जाएगा, अगले महीने 1 फैब नूं, ठीक है। तो अगे आप देखांगे, अगला हैगा कैश आपने सेल की है, कैश अकाउंट डेबिट टू सेल अकाउंट, तो कैश में साढ़े को पैसा आया प्लस होया, तो आप कैश का हले खाता देख लाँगे, प्लस तो हो गया ना, कैश का देखांगे आप खाता, कैश में की होया, ये डेबिट साइड है, ये क्रेडिट साइड है, कैश में प्लस होया, प्लस देखा सेल आ गई, क्योंकि पहले डेबिट होया तो पहले अमाउंट पा देंगे आप, 40,000 पाता, उसके सामने जिदा रिलेशन से टू पा के, क्योंकि डेबिट साइड में से टू पैंदा, टू पा के जिदा रिलेशन से वो पाता टू सेल अकाउंट, कैश अकाउंट क्यों नहीं पाया, क्योंकि उसी नाम के अकाउंट है टू सेल अकाउंट, तो सेल की करांगे, सेल करांगे बाय कैश, क्योंकि सेल की हुई है क्रेडिट, तो ए साइड क्रेडिट है, क्रेडिट मतलब ए साइड क्रेडिट है, तो ए साइड प्लस है, क्रेडिट मतलब सेल मतलब की होंगी है, सानू रेवन्यू होया, पैसा आया साढ़े कोल कुछ बेच के, हले रेवन्यू है, इचोले जो असी कोस्ट माइनस कर देंगे, एक्सपेंसिस माइनस कर देंगे, फिर प्रॉफिट आएगा, नैट प्रॉफिट उस तो पहले हले तो अपने कोस्ट हले नहीं माइनस किया, भी हले रेवन्यू है, जो रेवन्यू है की कहता वो क्रेडिट और इनकम्स एंड गेन्स ना, तो वो क्रेडिट से पन्ने होने, आप सेल क्रेडिट से जाएगी, जे आप जनरल एंट्री देखिए तो क्रेडिट सी, मैं तुहानू उंज भी समझा रहा एक रूल, ठीक है, तो यह 40,000 उरे आ जाएगा, ठीक है, तो उहदे सामने टोटल किया आपने, उरे भी टोटल किया, तो उरे उपर 40,000 पाया, 40,000 पाया कैरी डाउन करके 40,000 पाया, तो ये उरे ब्रो डाउन हो गया अगले महीने 40,000, ठीक है फ्रेंड्स। तो अगे आप देखते हैं वेजिस पहले देख लें, फर्नीचर पर बाद देखते हैं, फर्नीचर वेजिस मतलब खर्चा पे किया, इधर जो रूल लगे नोमीनल रूल लगे, नोमीनल रूल भी देख लो तो दूजा भी देख लो, जो 9 कॉमर्स स्टूडेंट है उन्होंने रूल भी समझ आना चाहिए, तो नॉर्मल एस्पैक्ट भी समझ आना चाहिए, प्लस तो माइनस का, वेजिस मतलब असी वेजिस पे किए, असी कुछ सर्विस लीती होनी है, उस तो कोई काम कराया होना, मतलब साढ़े को कुछ आया, प्लस होया, साढ़े को की गया माइनस होया, कैश तो क्रेडिट हो गया, तो वेजिस डेबिट हो गई, दो एस्पैक्ट हो गया, 1000 कैश में क्रेडिट 1000, वेजिस डेबिट 1000, तो वेजिस अकाउंट खुलेगा, एक वेजिस अकाउंट खुलेगा, क्योंकि सानू पता ये पता लगे कि टोटल से कितनी वेजिस पे की, कैश अकाउंट खुलता है जो खुले ही होया कैश अकाउंट, तो जो तुहानू पता लगे वेजिस उपर कितना खर्चा किया, 1000 रुपया किया, दोनों एस्पैक्ट देखना जरूरी है, ड्यूल एस्पैक्ट देखना जरूरी है। वेजिस अकाउंट खोल लिया, वेजिस अकाउंट आ रहा, वेजिस अकाउंट की सी डेबिट सी, ये डेबिट साइड है, ये क्रेडिट साइड है, तो डेबिट साइड 1000 रुपया दिखाता, तो क्रेडिट साइड 1000 रुपया दिखाता, मतलब क्रेडिट साइड मतलब उन्होंने टोटल करने 1000 दिखाता बाय कैरी डाउन, तो इन्होंने टोटल करता, इन्होंने टोटल करता, ये थोड़ा मैं फास्ट कर रहा क्योंकि पिछले लेक्चर से समझा चुका है, मैं उन्होंने समझा रहा कि जो नॉन कमर्स है उन्होंने नहीं समझ आया था, ठीक है फ्रेंड्स। तो कैश आप देख लाँगे, कैश का खाता भी उपर खुलिया होया, तो कैश देख लाँगे, तो कैश तो आ रही 28 जैन की एंट्री पाई अपने, कैश की होया सी क्रेडिट, तो कैश माइनस होया, इच रियल अकाउंट लग रहा है, डेबिट वर्ड्स गोज आउट, जो गया साढ़े हथों,
ਤਾਂ 1000 ਰੁਪਇਆ ਗਿਆ ਆਪਣੇ ਹੱਥੋਂ। ਤੇ ਉਹਦੇ ਜਿਹਦੇ ਨਾਲ ਉਹਦਾ ਰਿਲੇਸ਼ਨ ਸੀ, ਜਿਹਦੇ ਨਾਲ ਉਹਦਾ ਰਿਲੇਸ਼ਨ ਸੀ, ਉਹਦੇ ਸਾਹਮਣੇ ਉਹ ਪਾਤਾ, ਬਾਏ ਪਾਤਾ, ਕੋਈ ਕ੍ਰੈਡਿਟ ਸਾਈਡ ਆਪਾਂ ਬਾਏ ਪਾਉਂਦੇ ਹਾਂ, ਪਾ ਦਾਂਗੇ। ਠੀਕ ਹੈ। ਤਾਂ ਲਾਸਟ ਐਂਟਰੀ ਦੇਖੋ ਫਰਨੀਚਰ ਵਾਲੀ ਐਂਟਰੀ ਹੈ। ਫਰਨੀਚਰ ਆਪਾਂ ਮਤਲਬ ਐਸਟ ਹੈ। ਐਸਟ ਕਿਉਂ ਹੈ? ਕਿਉਂਕਿ ਫਿਕਸ ਐਸਟ ਕਿਉਂ ਹੈ? ਜੋ ਸਾਡੇ ਬਿਜ਼ਨਸ ਲਈ ਫਰਨੀਚਰ ਖਰੀਦਿਆ ਆਪਾਂ ਨੇ, ਉਹ ਯੂਜ਼ਫੁਲ ਹੈ, ਜਿਹਦਾ ਸਾਨੂੰ ਗੇਨਿੰਗ ਵਿੱਚ ਸਾਡੀ ਹੈਲਪਫੁਲ ਹੋਏਗਾ। ਠੀਕ ਹੈ। ਸਾਡਾ ਐਸਟ ਹੈ, ਲੌਂਗ ਟਰਮ ਲਈ ਹੈ, ਇਸ ਨੂੰ ਆਪਾਂ ਫਿਕਸ ਐਸਟ ਕਵਾਂਗੇ, ਕਿਉਂਕਿ ਫਰਨੀਚਰ ਜ਼ਿਆਦਾਤਰ 1 ਸਾਲ ਤੋਂ ਉੱਪਰ ਹੀ ਰਹਿੰਦਾ, ਜ਼ਿਆਦਾ 4-5 ਸਾਲ ਹੀ ਰਹਿੰਦਾ। ਉਹਨੂੰ ਕਹਾਂਗੇ ਫਰਨੀਚਰ ਹੈ, ਤਾਂ ਫਰਨੀਚਰ ਦਾ ਖਾਤਾ ਵੀ ਖੋਲਾਂਗੇ, ਕਿਉਂਕਿ ਆਪਾਂ ਫਰਨੀਚਰ ਪਰਚੇਸ ਕੀਤਾ। ਫਰਨੀਚਰ ਮਤਲਬ ਪਲੱਸ ਡੈਬਿਟ ਮਤਲਬ ਪਰਚੇਸ ਕੀਤਾ ਨਾ ਆਪਾਂ ਨੇ, ਪਰਚੇਸ ਕੀਤਾ। ਇਸਦਾ ਮਤਲਬ ਇਹ ਹੋਇਆ ਟੂ ਕੈਸ਼ ਮਤਲਬ ਪੈਸਾ ਦਿੱਤਾ ਆਪਾਂ ਨੇ 25,000 ਰੁਪਇਆ। ਇੱਕ ਪਾਸੋਂ ਸਾਡੇ ਕੋਲ ਫਰਨੀਚਰ ਆਇਆ ਪਲੱਸ, ਇੱਕ ਪਾਸੋਂ ਪੈਸਾ ਗਿਆ ਮਾਈਨਸ। ਤਾਂ ਫਰਨੀਚਰ ਅਕਾਊਂਟ ਦੇਖ ਲਾਂਗੇ। ਫਰਨੀਚਰ ਅਕਾਊਂਟ ਖੋਲ੍ਹਿਆ, ਇਹ ਡੈਬਿਟ ਸਾਈਡ ਹੈ, ਇਹ ਕ੍ਰੈਡਿਟ ਸਾਈਡ ਹੈ। ਫਰਨੀਚਰ ਆਇਆ ਮਤਲਬ ਰੀਅਲ ਅਕਾਊਂਟ ਕੀ ਕਹਿੰਦਾ? ਰੀਅਲ ਅਕਾਊਂਟ ਜਿਹੜਾ ਰੂਲਸ ਪੜ੍ਹਾਏ ਸੀ, ਰੀਅਲ ਅਕਾਊਂਟ ਵਟਸ ਕਮਸ ਇਨ। ਠੀਕ ਹੈ। ਤਾਂ ਉਹ ਆਪਾਂ ਉਰੇ ਦਿਖਾ ਦਾਂਗੇ 25,000 ਰੁਪਇਆ। 25,000 ਦਿਖਾਤਾ ਟੂ ਕੈਸ਼ ਅਕਾਊਂਟ। ਤਾਂ ਬਾਏ ਉਹਨੂੰ ਹੋਰ ਕੋਈ ਜੇ ਐਂਟਰੀ ਨਹੀਂ ਹੈ, ਤਾਂ ਟੋਟਲ ਕਰਨਾ ਆਪਾਂ ਨੇ, ਉਹ ਵੀ ਮਹੀਨੇ ਦੇ ਅੰਤ ਵਿੱਚ ਕਰਨਾ ਹੈ। ਬਾਕੀ ਜਿਹੜੀ ਐਂਟਰੀ ਹੈ ਡੇਲੀ ਟ੍ਰਾਂਜੈਕਸ਼ਨ, ਜਿਵੇਂ ਜਨਰਲ ਦੀ ਐਂਟਰੀ ਬਣੀ ਨਾਲ ਦੀ ਨਾਲ ਆਪਣੇ ਅਕਾਊਂਟ ਦੇ ਖਾਤੇ ਵਿੱਚ ਵੀ ਪਾ ਦੇਣੀਆਂ ਐਂਟਰੀਆਂ। ਤਾਂ ਟੋਟਲ ਕਰ ਲਾਂਗੇ ਆਪਾਂ ਮਹੀਨੇ ਦੇ ਅੰਤ ਵਿੱਚ। ਇਹ ਟੋਟਲ ਕਰ ਲਿਆ ਉਹਦੇ ਸਾਹਮਣੇ, ਜਿਹੜੀ ਟੋਟਲ ਕਰ ਲਿਆ, ਤਾਂ ਬਾਏ ਕੈਰੀ ਡਾਊਨ ਕਰਤਾ। ਕੈਰੀ ਡਾਊਨ ਮਤਲਬ ਟੋਟਲ ਦਿਖਾਉਣ ਲਈ ਕਰਤਾ। ਵੈਸੇ ਕੈਰੀ ਡਾਊਨ ਮਤਲਬ ਕੀ ਹੁੰਦਾ? ਵੈਸੇ ਬਕਾਇਆ, ਮਗਰ ਉਰੇ ਕੋਈ ਐਂਟਰੀ ਨਹੀਂ ਹੈ ਤਾਂ ਬਾਏ ਕੈਰੀ ਡਾਊਨ ਕਰਤਾ। ਉਨੀ ਅਮਾਊਂਟ ਦਿਖਾਤੀ ਉਰੇ ਆਪਾਂ ਨੇ ਟੋਟਲ ਕਰਨ ਲਈ। ਤਾਂ ਅਗਲੇ ਮਹੀਨੇ ਉਹ ਬਰੋ ਡਾਊਨ ਹੋ ਜਾਏਗੀ ਡੈਬਿਟ ਸਾਈਡ 'ਤੇ, ਕਿਉਂਕਿ ਇਹ ਡੈਬਿਟ ਸਾਈਡ 'ਤੇ ਹੈ। ਜੇ ਆਪਾਂ ਸੇਲ ਦੇਖੀ ਸੀ ਕ੍ਰੈਡਿਟ ਸਾਈਡ 'ਤੇ ਸੀ, ਨਾ ਕ੍ਰੈਡਿਟ ਸਾਈਡ 'ਤੇ ਸੀ, ਤਾਂ ਉਹ ਕ੍ਰੈਡਿਟ ਬੈਲੈਂਸ ਹੋ ਜਾਏਗਾ। ਠੀਕ ਹੈ ਫਰੈਂਡਸ। ਤਾਂ ਕੈਸ਼ 'ਚ ਪੇ ਕੀਤਾ, ਕੈਸ਼ ਆਪਾਂ ਉੱਪਰ ਦਿਖਾ ਦਾਂਗੇ। ਕੈਸ਼ ਦਿਖਾਤਾ ਉੱਪਰ, ਆ ਦੇਖੋ ਕੈਸ਼ ਵਿੱਚ ਆਪਾਂ ਦਿਖਾਤਾ ਬਾਏ ਫਰਨੀਚਰ ਅਕਾਊਂਟ 25,000। ਹੁਣ ਕੈਸ਼ ਅਕਾਊਂਟ 'ਚ ਕਿੰਨੀਆਂ ਜ਼ਿਆਦਾ ਟ੍ਰਾਂਜੈਕਸ਼ਨ ਹੋ ਗਈਆਂ ਨਾ, ਬਾਕੀ ਅਕਾਊਂਟ 'ਚ ਇੰਨੀ ਟ੍ਰਾਂਜੈਕਸ਼ਨ ਨਹੀਂ ਸੀ, ਤਾਂ ਆਪਾਂ ਨੇ ਦੋਨੋਂ ਪਾਸੇ ਟੋਟਲ ਕਰਾਂਗੇ। ਜਿਹੜੀ ਅਮਾਊਂਟ ਜ਼ਿਆਦਾ ਉਹਦਾ ਟੋਟਲ ਉਹਦੇ ਸਾਹਮਣੇ ਉਹਦਾ ਹੀ ਟੋਟਲ ਕਰ ਦੇਣਾ। ਮਤਲਬ ਸਪੋਜ਼ ਕਰੋ 40,000 ਜ਼ਿਆਦਾ, ਤੁਹਾਨੂੰ ਪਤਾ ਲੱਗ ਰਿਹਾ ਕਿ 25, 26, 27 ਅਤੇ 10 37,000 ਹੈ। ਮਤਲਬ 40,000 ਤੋਂ ਤਾਂ 40,000 ਜ਼ਿਆਦਾ ਇਹਦੇ ਨਾਲੋਂ, ਤਾਂ ਉਹਦੇ ਸਾਹਮਣੇ ਇੱਦਾਂ ਟੋਟਲ ਕਰ ਦਾਂਗੇ 40,000। ਠੀਕ ਹੈ ਨਾ, 40,000 ਹੈ, ਇਹਦੇ ਸਾਹਮਣੇ ਉਹਦਾ ਟੋਟਲ ਕਰ ਦਾਂਗੇ। ਤਾਂ ਉਸ ਤੋਂ ਬਾਅਦ 40,000 ਚੋਂ ਇਹ ਸਾਰੇ ਮਾਈਨਸ ਕਰਾਂਗੇ ਅਮਾਊਂਟ ਕੈਰੀ ਡਾਊਨ ਤੋਂ ਉੱਪਰ ਵਾਲੇ, ਇਹ ਸਾਰੇ ਅਮਾਊਂਟ ਮਾਈਨਸ ਕਰਾਂਗੇ। ਜਿੰਨਾ ਬਕਾਇਆ ਬਚ ਗਿਆ ਉਹਨੂੰ ਕਵਾਂਗੇ ਕੈਰੀ ਡਾਊਨ। ਇਹ ਹੁੰਦਾ ਐਕਚੁਅਲ 'ਚ। ਹੁਣ ਤੱਕ ਜਦੋਂ ਆਪਾਂ ਪੜ੍ਹਦੇ ਆਏ ਸਿਰਫ ਇਕੱਲਾ ਟੋਟਲ ਕਰਦੇ ਆ ਰਹੇ, ਉਸਨੂੰ ਟੋਟਲ ਕਰੰਟ ਸੀ। ਤਾਂ ਹੁਣ ਤੁਹਾਨੂੰ ਪਤਾ ਲੱਗੇਗਾ ਕਿ ਇਹਨੂੰ ਕੈਰੀ ਡਾਊਨ ਕਹਿੰਦੇ ਨੇ। ਬਾਏ ਕੈਰੀ ਡਾਊਨ, ਬਾਏ ਬੈਲੈਂਸ ਕੈਰੀ ਡਾਊਨ ਮਤਲਬ ਇੰਨਾ ਬਕਾਇਆ ਬਚ ਗਿਆ, ਉਹ ਬਕਾਇਆ ਅਗਲੇ ਮਹੀਨੇ ਟ੍ਰਾਂਸਫਰ ਹੋ ਜਾਏਗਾ ਡੈਬਿਟ ਸਾਈਡ। ਮਤਲਬ ਕੈਸ਼ ਦਾ ਹਮੇਸ਼ਾ ਡੈਬਿਟ ਬੈਲੈਂਸ ਹੁੰਦਾ। ਤੁਹਾਨੂੰ ਉਰੋਂ ਪਤਾ ਲੱਗਿਆ ਨਾ ਕਿ ਡੈਬਿਟ ਬੈਲੈਂਸ ਹੁੰਦਾ। 3,000 ਬਚ ਗਿਆ। ਠੀਕ ਹੈ ਨਾ, 1 ਫੈਬ ਨੂੰ ਇੰਨਾ ਬਕਾਇਆ ਸਾਡੇ ਕੋਲ ਬਚੇ, ਇੰਨਾ ਕੈਸ਼ ਸਾਡੇ ਕੋਲ ਬਚ ਗਿਆ। ਇਸਦਾ ਮਤਲਬ ਇਹ ਹੋਇਆ। ਇਹ ਥੋੜ੍ਹਾ ਫਾਸਟ ਤਾਂ ਕੀਤਾ ਕਿਉਂਕਿ ਮੈਂ ਪਿਛਲੇ ਲੈਕਚਰ 'ਚ ਇਹ ਸਮਝਾ ਚੁੱਕਾ। ਠੀਕ ਹੈ। ਹੁਣ ਜਿਹੜੇ ਬੱਚਿਆਂ ਨੂੰ ਅੱਗੇ ਮੈਂ ਟਰਾਇਲ ਬੈਲੈਂਸ ਕਰਾ ਰਿਹਾ, ਉਹ ਤੁਹਾਨੂੰ ਸਮਝਾਉਣ ਲੱਗਾ। ਟਰਾਇਲ ਬੈਲੈਂਸ ਆਪਾਂ ਉੱਪਰ ਪੜ੍ਹ ਕੇ ਆਏ ਹਾਂ ਕਿ ਚੈੱਕ ਐਂਡ ਬੈਲੈਂਸਿਸ ਦੇਖੀਦਾ, ਜੇ ਕੋਈ ਐਂਟਰੀ ਗਲਤ ਤਾਂ ਨਹੀਂ, ਉਹ ਦੇਖਣ ਲਈ ਹੁੰਦਾ। ਅਤੇ ਉਹਦਾ ਆਪਾਂ ਡੈਬਿਟ ਅਤੇ ਕ੍ਰੈਡਿਟ ਬੈਲੈਂਸ ਦਿਖਾਉਂਦੇ ਹਾਂ। ਹੁਣ ਡੈਬਿਟ ਅਤੇ ਕ੍ਰੈਡਿਟ ਕਿਵੇਂ ਦਿਖਾਉਂਦੇ ਹਾਂ, ਉਹ ਅੱਜ ਅਸੀਂ ਸਮਝਣ ਲੱਗੇ ਹਾਂ ਅੱਗੇ। ਟਰਾਇਲ ਬੈਲੈਂਸ, ਇਹ ਟਰਾਇਲ ਬੈਲੈਂਸ, ਇਸ 'ਚ ਕੀ ਹੁੰਦਾ ਹੈ? ਪਰਟੀਕੂਲਰਸ ਹੁੰਦੇ ਹੈ, ਡੈਬਿਟ ਹੁੰਦਾ ਅਤੇ ਕ੍ਰੈਡਿਟ ਹੁੰਦਾ। ਸਿੰਪਲ। ਡੈਬਿਟ ਅਤੇ ਕ੍ਰੈਡਿਟ ਕੀ ਹੋਏਗਾ ਉਰੇ? ਡੈਬਿਟ ਕ੍ਰੈਡਿਟ ਕੀ ਹੋਏਗਾ? ਆਓ ਦੇਖੀਏ ਸੋਰੀ ਕੈਸ਼ ਅਕਾਊਂਟ ਦੇਖੀਏ ਆਪਾਂ ਉੱਪਰ। ਲੈਜਰ ਦਾ ਅਕਾਊਂਟ ਖੋਲ੍ਹਿਆ ਸੀ ਆਪਾਂ ਨੇ, ਕੈਸ਼ ਅਕਾਊਂਟ ਖੋਲ੍ਹਿਆ ਸੀ ਨਾ, ਕੈਸ਼ ਅਕਾਊਂਟ। ਤਾਂ ਇਹ ਆਪਣਾ ਕੀ ਸੀ? ਆ ਦੇਖੋ ਟੂ ਬੈਲੈਂਸ ਬਰੋ ਡਾਊਨ ਕਿੰਨਾ ਆ ਰਿਹਾ? ਇੰਨੀ ਅਮਾਊਂਟ ਆ ਰਹੀ ਆ। ਸਪੋਜ਼ ਕਰੋ ਆਪਾਂ 1 ਮਹੀਨੇ ਬਾਅਦ ਹੀ ਬਣਾ ਰਹੇ ਹਾਂ ਟਰਾਇਲ ਬੈਲੈਂਸ। ਸਿਰਫ ਮੈਂ ਉਹਦਾ ਵੈਸੇ ਸਾਲ ਦੇ ਅੰਤ ਵਿੱਚ ਬਣਦਾ ਹੁੰਦਾ। ਠੀਕ ਹੈ, ਪੂਰੇ ਕਨਫਿਊਜ਼ ਨਹੀਂ ਹੋਣਾ, ਸਿਰਫ ਤੁਹਾਨੂੰ ਸਮਝਾਉਣ ਲਈ ਹੈ। ਬਾਏ ਬੈਲੈਂਸ ਬਰੋ ਡਾਊਨ ਕਿੰਨਾ ਹੋਇਆ? 3,000। ਮਤਲਬ ਕਿ ਇੰਨਾ ਬਕਾਇਆ ਹੈ। ਟਰਾਇਲ ਬੈਲੈਂਸ ਕੀ ਦਿਖਾਉਂਦਾ ਹੈ? ਕਲੋਜ਼ਿੰਗ ਖਾਤੇ, ਜਿੰਨੇ ਬੈਲੈਂਸ ਬੱਚੇ ਹੈ ਸਾਡੇ ਕੋਲ, ਜਿੰਨਾ ਬੈਲੈਂਸ ਪਿਆ ਸਾਡੇ ਕੋਲ। ਟਰਾਇਲ ਬੈਲੈਂਸ ਦਿਖਾਉਂਦਾ ਕਿੰਨੀ ਚੀਜ਼ਾਂ ਸਾਡੇ ਕੋਲ ਪਈਆਂ, ਕਿੰਨਾ ਕੈਸ਼ ਪਿਆ, ਮਤਲਬ ਕਿੰਨੀ ਸਾਡੀ ਸੇਲ ਹੋਈ ਹੈ ਸਾਲ ਦੇ ਅੰਤ ਵਿੱਚ। ਠੀਕ ਹੈ ਨਾ, ਇੰਨੀ ਸੇਲ ਹੋਈ ਹੈ। ਸੇਲ 'ਚ ਕੀ ਹੁੰਦਾ ਕਈ ਵਾਰੀ ਸੇਲ ਰਿਟਰਨ ਵੀ ਤਾਂ ਹੋ ਜਾਂਦੀ ਹੈ ਕਿ ਟੋਟਲ ਕਿੰਨੀ ਸੇਲ ਹੋਈ ਹੈ। 2 ਲੱਖ ਦੀ ਸੇਲ ਹੋਈ ਹੈ, ਜਿਸ 'ਚੋਂ 50,000 ਦੀ ਰਿਟਰਨ ਮਾਈਨਸ ਹੋ ਗਈ, ਵਾਪਸ ਆ ਗਈ।
जे आप सेल रिटर्न बुक पढ़ के आए हैं पिछे सबसिडरी बुक, तो टोटल किन्नी सेल हुई, 1.5 लाख की सेल हुई, वो शो करता है। इसी तरह जी हूँ कैश आप लै रहे थे, कैश 3000 से, तो ये की है अगे उपरों ये देखना डैबिट क्रेडिट आप उत्थे लिखना ट्रायल बैलेंस, तो उरे की मान के चल रहे हैं आप, ये की है, ये साइड किहड़ी है, ये डैबिट साइड, डैबिट साइड, ठीक है ना, डैबिट साइड है, तो वही डैबिट साइड आप अगे थले ट्रायल बैलेंस विच डैबिट साइड दिखा देंगे। सिंपल, जो लैजर विच जिथे उसका ब्रो डाउन है, ठीक है ना, जिसका उसका ब्रो डाउन दिखाता है, मतलब जिन्हें उसका बकाया बकाया है, जिहड़ी साइड है उस साइड आप दिखा देंगे। ਇਹਦਾ मतलब ਕੀ ਹੁੰਦਾ, ਡੈਬਿਟ ਤੇ ਬਕਾਇਆ मतलब फेवरेबल बैलेंस, कितना साढ़े कोल फेवरेबल बैलेंस पे है, ज़्यादातर फेवरेबल बैलेंस ही होंगे, ठीक है। इसी तरह रेंट अकाउंट, रेंट अकाउंट तो आप रेंट अकाउंट भी देख लें, तो टू कैश अकाउंट से 1000 रुपया, ठीक है ना, तो साल के अंत में कितना उहदा बकाया से साडा, कितना सी बकाया कितना टोटल, किसी भी चीज़ का हो सकता है बकाया, का मतलब ये नहीं कि साढ़े कोल कुछ कैश ही हो सकता है, रेंट का भी हो सकता है, कितना टोटल रेंट दिता है, कितना दिता टोटल रेंट, ये टोटल अमाउंट होगी, क्योंकि ट्रांसफर डैबिट साइड दिखा रहा है ना, क्योंकि उरे आप हमेशा रेंट हमेशा डैबिट साइड है, क्योंकि उरे कैरी डाउन है, तो उरे ट्रांसफर होकर ब्रो डाउन है, अगले अगले महीने फिर स्टार्ट हो जाएगा डैबिट रोल एक्सपेंसिस, तो डैबिट साइड है, तो जिन्नी अमाउंट है बस इनू ट्रांसफर करना ट्रायल बैलेंस थले लाओ, इन ट्रायल बैलेंस ट्रांसफर कर दो, रेंट ट्रायल बैलेंस ट्रांसफर कर दो, 1000 रुपया डैबिट हो गया। जिदा बकाया जेडे बैलेंस पे है, डैबिट च पे है, क्रेडिट पे है, वो भी सेम टू सेम ट्रायल बैलेंस ट्रांसफर कर देना। जे अपने नेचर समझना तो रेंट का नेचर समझ लो कि ये रेंट का नेचर, डैबिट ऑल एक्सपेंसिस, कई बार डैबिट कई सपोज को लैजर नहीं भी दिते, तो तुहानू कोल अमाउंट भी आ गई, तुहानू समझ आना चाहिए, तुसीं रूल्स पढ़े ने, तो तुहानू समझ आना चाहिए कि रेंट की है नोमीनल अकाउंट विच डैबिट ऑल एक्सपेंसिस, हमेशा डैबिट बैलेंस ही होएगा, इन्ना रेंट ही पे किया होएगा। कैश की है रियल अकाउंट, डैबिट वर्ड्स कम्स इन, कितना पैसा आया, 3000 का बकाया उस पर रूल लगेगा, ठीक है। अगे की है सेल, सेल सेल आप देख लें, सेल सेल किन्नी हुई, सेल हमेशा क्रेडिट होंगी है, इनकम है ना, गेन है, क्रेडिट हुई, क्रेडिट हुई। जे आप लैजर के हिसाब से देखिए तो लैजर चो बाय ब्रोडाउन 40,000 रुपये क्रेडिट तो दिखा रहे, ये डैबिट साइड है, ये क्रेडिट साइड है, 40,000 इस क्रेडिट तो दिखा रहे 40,000 रुपया, ठीक है, 40,000 रुपये क्रेडिट तो दिखा रहे, तो यही सेम टू सेम अमाउंट चक के जिन्ना दिखा रहा बकाया, जिन्ना अंत च बच गया, मतलब जिन्ना अंत टोटल सेल हुई है, बच गया मतलब नहीं, टोटल सेल जिन्नी हुई है वो 40,000 रुपये आप थले जाके सेल उरे पा के क्रेडिट तो दिखा देंगे, ठीक है। तो अगे की है वेजिस, हम जो आप वेजिस की गल कर रहे हैं, वेजिस आ रहे, इसका अंत में कि थां पर बैलेंस है, डैबिट बैलेंस है, क्यों बैलेंस है, वैसे तो लैजर देख के पता लग रहा है कि डैबिट बैलेंस है, बाई चांस डैबिट नहीं भी दिता, लैजर नहीं भी दिता, कल वेजिस 1000 रुपये दिता, तो की समझांगे आप, वेजिस की है नोमीनल अकाउंट, डैबिट ऑल एक्सपेंसिस, हमेशा डैबिट बैलेंस ही होएगा, डैबिट बैलेंस ही होएगा ना। तो फिर इन्ना ध्यान रखना जो गोल्डन रूल्स है ना, वो तुहानू बिल्कुल प्योर समझ आने चाहिए, ठीक है ना। वैसे लैजर के नाल तो तुसीं ट्रायल बैलेंस की पोस्टिंग कर लो, क्योंकि लैजर तुहानू ये तो पता लग रहा, साफ पता लग रहा है कि वेजिस अकाउंट है, वेजिस अकाउंट तो तुहानू ब्रोडाउन मतलब इन्ना 1000 रुपया ब्रोडाउन होया, मतलब कि डैबिट च दिखा रहा है, तो तुसीं सेम अमाउंट जाके पा दोगे। बट मैं तुहानू ये भी समझाना चाहना कि कई बार जे कल्ली अमाउंट दी होवे वेजिस, डैबिट बैलेंस क्रेडिट बैलेंस वेजिस का हमेशा डैबिट बैलेंस, क्यों बैलेंस, नोमीनल अकाउंट, डैबिट ऑल एक्सपेंसिस, ठीक है ना। ज़्यादातर फेवरेबल बैलेंस होंगे, ये बैंक का कभी कभी क्रेडिट बैलेंस भी दिखा, मतलब कि हमेशा क्रेडिट बैलेंस भी हो जाता कई बार, क्यों हो जाता, कई बार ओवरड्राफ्ट हो जाता, बैंक तो पैसा दे देंदा तो रैपुटेशन दे के, जो तुहानू पिछले सबसिडरी बुक समझाया सी, ठीक है। तो उस तो बाद वेजिस आप दिखाता और डैबिट बैलेंस ब्रोडाउन च दिखाया से 1000 रुपया, वो पाता और जो लैजर में जिथे उसका बैलेंस पे है वही चक के अपने ट्रायल बैलेंस दिखा देना, डैबिट या क्रेडिट। तो फर्नीचर, फर्नीचर आप देखिए, फर्नीचर आ रहा, फर्नीचर देखा आप, फर्नीचर का कितने थां पे बैलेंस, ये डैबिट साइड है, क्रेडिट साइड है,
ਕਿਹੜੀ ਥਾਂ 'ਤੇ ਪਿਆ ਬੈਲੈਂਸ? ਡੈਬਿਟ ਸਾਈਡ ਪਿਆ, ਬਰੋ ਡਾਊਨ। ਇਹ ਨਹੀਂ ਦੇਖਣਾ, ਇਹ ਤਾਂ ਆਪਾਂ ਇਹਨੂੰ ਬੈਲੈਂਸ ਨੂੰ ਪੂਰਾ ਕਰਨ ਲਈ ਹੁੰਦਾ। ਇਹ ਹੈ ਬੈਲੈਂਸ ਬਰੋ ਡਾਊਨ, ਇਹ ਪੂਰਾ ਖਾਤਾ ਪਿਆ ਡੈਬਿਟ ਸਾਈਡ 'ਤੇ, ਠੀਕ ਹੈ। ਫਰਨੀਚਰ ਹਮੇਸ਼ਾ ਡੈਬਿਟ ਹੀ ਹੋਏਗਾ, ਰੀਅਲ ਅਕਾਊਂਟ ਡੈਬਿਟ ਵਰਡਸ ਕਮਸ ਇਨ, ਤਾਂ 25,000 ਰੁਪਇਆ ਉਰੇ ਦਿਖਾਤਾ, ਠੀਕ ਹੈ ਫਰੈਂਡਸ। ਤਾਂ ਇੱਕ ਰਹਿ ਗਈ ਪਰਚੇਸਿਸ। ਪਰਚੇਸਿਸ ਕਿੱਥੇ ਹੈ? ਪਰਚੇਸਿਸ ਆ ਰਹੀ। ਪਰਚੇਸਿਸ ਦਾ ਕਿਹੜਾ ਬੈਲੈਂਸ ਹੈ? ਡੈਬਿਟ ਬੈਲੈਂਸ ਹੈ, ਠੀਕ ਹੈ ਨਾ। ਕ੍ਰੈਡਿਟ ਬੈਲੈਂਸ ਤਾਂ ਨਹੀਂ ਹੈ। ਰਿਟਰਨ ਵਿੱਚ ਜ਼ਿਆਦਾ ਤਾਂ ਨਹੀਂ ਹੋ ਗਿਆ ਨਾ, ਉਲਟਾ ਤਾਂ ਨਹੀਂ ਹੋ ਗਿਆ। ਪਰਚੇਸਿਸ ਮਤਲਬ ਆਏ ਜਿੰਨਾ ਜ਼ਿਆਦਾ ਰਿਟਰਨ ਹੋ ਜਾਵੇ, ਪਰਚੇਸਿਸ ਰਿਟਰਨ ਉਹ ਕ੍ਰੈਡਿਟ ਬੈਲੈਂਸ ਹੁੰਦਾ। ਤਾਂ ਪਰਚੇਸਿਸ ਮਤਲਬ ਜਿੰਨਾ ਅਸੀਂ ਮਾਲ ਖਰੀਦਿਆ, ਜੇ ਨਾ ਖਰੀਦਣ ਨਾਲੋਂ ਜ਼ਿਆਦਾ ਮਤਲਬ ਵਾਪਸ ਕਰਤਾ ਤਾਂ ਉਹ ਅਲੱਗ ਚੀਜ਼ ਹੋ ਜਾਏਗੀ। ਜ਼ਿਆਦਾ ਫੇਵਰੇਬਲ ਬੈਲੈਂਸ ਦੇਖੀਦਾ। ਪਰਚੇਸਿਸ ਮਤਲਬ ਰੀਅਲ ਅਕਾਊਂਟ ਹੈ, ਡੈਬਿਟ ਵਰਡਸ ਕਮਸ ਇਨ, ਠੀਕ ਹੈ। ਡੈਬਿਟ ਬੈਲੈਂਸ ਹੋ ਜਾਏਗਾ ਬਾਏ ਬਰੋ ਡਾਊਨ ਡੈਬਿਟ ਬੈਲੈਂਸ। ਜੇ ਤੁਸੀਂ ਲੈਜਰ ਨੂੰ ਦੇਖ ਕੇ ਸਮਝੋਗੇ ਡੈਬਿਟ ਬੈਲੈਂਸ 1000 ਰੁਪਇਆ, ਸੇਮ ਟੂ ਸੇਮ ਚੱਕ ਕੇ ਜਿੰਨਾ ਬੈਲੈਂਸ ਹੈ ਉਹ ਚੱਕ ਕੇ ਆਪਾਂ ਨੇ 1000 ਦਾ ਦਿਖਾ ਦੇਣਾ ਉਹਦੇ, ਠੀਕ ਹੈ। 1000 ਰੁਪਇਆ ਜਿਹੜਾ ਸੋਰੀ 10,000 ਰੁਪਇਆ ਉਰੇ ਦਿਖਾ ਦੇਣਾ। ਟੋਟਲ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਵਾਰੀ ਕੈਸ਼ ਅਕਾਊਂਟ ਦਿਖਾ ਦਿੰਦਾ। ਤੁਹਾਨੂੰ ਇੱਕ ਚੀਜ਼ ਹੋਰ ਸਮਝਾਉਣੀ ਸੀ ਮੈਂ। ਕੈਸ਼ ਅਕਾਊਂਟ ਦੇਖੋਗੇ ਤਾਂ ਕੈਸ਼ ਅਕਾਊਂਟ 'ਚ ਤੁਸੀਂ ਦੇਖ ਰਹੇ ਹੋ ਨਾ ਕਿ ਉਰੇ ਕੈਰੀ ਡਾਊਨ ਦੇ ਕਿਵੇਂ ਫੰਕਸ਼ਨ ਕਰ ਰਿਹਾ। ਤਾਂ ਮੈਂ 40,000 ਚੋਂ ਇਹ ਸਾਰੀ ਅਮਾਊਂਟਸ ਮਾਈਨਸ ਕਰਕੇ ਜੋ ਬਕਾਇਆ ਬਚਿਆ ਇਹ ਅਮਾਊਂਟ ਹੋ ਗਈ। ਤੁਸੀਂ ਕਹੋਗੇ ਇਹ ਤਾਂ ਕ੍ਰੈਡਿਟ ਬੈਲੈਂਸ ਹੈ। ਕ੍ਰੈਡਿਟ ਬੈਲੈਂਸ ਨਹੀਂ ਹੈ, ਇਹਨਾਂ 'ਚੋਂ ਬਕਾਇਆ ਬਚਿਆ, ਮਤਲਬ ਇਸ 'ਚੋਂ ਇਹਨੇ ਕੱਢ ਕੇ ਕੈਰੀ ਡਾਊਨ ਦੱਸਿਆ ਇਸਨੇ ਇੰਨਾ ਬੱਚਿਆ ਮਾਲ। ਐਕਚੁਅਲ 'ਚ ਕਿੰਨਾ, ਐਕਚੁਅਲ 'ਚ ਉਹਦੀ ਬਕਾਇਆ ਕਿੰਨਾ ਉਹ ਸਾਨੂੰ ਕੌਣ ਡਿਫਾਈਨ ਕਰਦਾ? ਜਦੋਂ ਉਹਦਾ ਆਪਾਂ ਅਗਲੇ ਬਕਾਇਆ 'ਚ ਮਤਲਬ ਇੱਕ ਫੈਬ ਨੂੰ ਦਿਖਾਉਂਦੇ ਹਾਂ ਟੂ ਬਰੋਡ ਡਾਊਨ, ਜਿਹੜੀ ਸਾਈਡ 'ਤੇ ਹੁੰਦਾ ਡੈਬਿਟ ਸਾਈਡ 'ਤੇ ਹੁੰਦਾ। ਜੇ ਕ੍ਰੈਡਿਟ ਸਾਈਡ 'ਤੇ ਉਹਦੀ ਟ੍ਰਾਂਸਫਰ ਬਰੋ ਡਾਊਨ ਡੈਬਿਟ ਸਾਈਡ 'ਤੇ ਹੋਏਗਾ। ਜੇ ਡੈਬਿਟ ਸਾਈਡ 'ਤੇ ਕੈਰੀ ਡਾਊਨ ਹੈ ਬਕਾਇਆ ਮਤਲਬ ਜਿੰਨਾ, ਔਰ ਜੇ ਉਹਨੂੰ ਆਪਾਂ ਬਰੋ ਡਾਊਨ ਟ੍ਰਾਂਸਫਰ ਕ੍ਰੈਡਿਟ ਸਾਈਡ 'ਤੇ ਕਰਾਂਗੇ, ਠੀਕ ਹੈ ਫਰੈਂਡਸ। ਮਤਲਬ ਕਿ ਜਿੰਨੇ ਵੀ ਆਪਾਂ ਲੈਜਰਸ ਦੇ ਅਕਾਊਂਟਸ ਬਣਾਉਂਦੇ ਹਾਂ ਤਾਂ ਸਾਲ ਦੇ ਅੰਤ ਵਿੱਚ ਲਾ ਲਓ ਜਾਂ ਮਹੀਨੇ ਦੇ ਅੰਤ ਵਿੱਚ ਲਾ ਲਓ, ਜਿੰਨਾ ਉਹਦਾ ਬੈਲੈਂਸ ਬਚਦਾ, ਜਿੰਨਾ ਉਹਦਾ ਬਕਾਇਆ ਬਚਦਾ ਹੈ, ਜਿੰਨਾ ਉਹਦੀ ਟੋਟਲ ਸੇਲ ਹੋਈ ਹੈ, ਕਿੰਨੀ ਹੋਈ ਹੈ। ਜਿਵੇਂ ਸੇਲ ਹੈ, ਤੁਸੀਂ ਕਹੋਗੇ ਸੇਲ ਹੀ ਹੁੰਦੀ ਹੈ, ਮੈਂ ਕਈ ਵਾਰ ਰਿਟਰਨ ਵੀ ਤਾਂ ਹੁੰਦੀ ਹੈ। ਉਸ ਨੂੰ ਮਾਈਨਸ ਕਰਕੇ ਕਿੰਨੀ ਸੇਲ ਹੋਈ ਹੈ, ਉਹ ਸਾਲ ਦੇ ਕਲੋਜ਼ਿੰਗ ਐਂਟਰੀ ਉਹੀ ਟਰਾਇਲ ਬੈਲੈਂਸ ਦਿਖਾਉਂਦੇ ਹਾਂ ਆਪਾਂ, ਠੀਕ ਹੈ। ਟਰਾਇਲ ਬੈਲੈਂਸ ਇਹ ਦਿਖਾ ਕੇ ਆਪਾਂ ਨੇ ਅਤੇ ਆਪਾਂ ਨੂੰ ਟੋਟਲ ਕਰਨਾ, ਇਹਦਾ ਟੋਟਲ ਕਰਨਾ ਨਾ ਆਪਾਂ ਨੇ। ਆਹ ਦੇਖੋ 3,000 4,000 5,000, ਠੀਕ ਹੈ। ਅਤੇ ਇਹ 25,000 ਕਿੰਨਾ ਹੋ ਗਿਆ? 30,000 ਥੱਲੇ 10,000 10,000, ਠੀਕ ਹੈ। ਅਤੇ ਇਹ ਹੋ ਗਿਆ 40,000। ਅਤੇ ਸੇਲ ਦੀ ਐਂਟਰੀ ਕਿਹੜੀ ਸੀ? 40,000, ਠੀਕ ਹੈ। ਇਹ ਵੀ 40,000, ਠੀਕ ਹੈ। ਤਾਂ ਇਹਨੂੰ ਟੋਟਲ ਕੀਤਾ ਤਾਂ ਦੋਨੋਂ ਸੇਮ ਹੈ, ਟੋਟਲ ਸੇਮ ਆ ਰਿਹਾ। ਇਸਦਾ ਮਤਲਬ ਮੇਰੀਆਂ ਜਿਹੜੀ ਉੱਪਰਲੀਆਂ ਲੈਜਰ ਦੀਆਂ ਐਂਟਰੀਆਂ, ਜਨਰਲ ਦੀਆਂ ਐਂਟਰੀਆਂ ਸਾਰੀਆਂ ਸਹੀ ਹੈ। ਇਸ ਚੈੱਕ ਕਰਨ ਲਈ ਹੁੰਦਾ। ਕਈ ਵਾਰੀ ਜੇ ਉਰੇ 40,000 ਹੈ, ਠੀਕ ਹੈ, ਉਰੇ 40,000 ਹੈ, ਉਰੇ ਸ਼ਾਇਦ 35,000 ਆ ਰਿਹਾ, ਤਾਂ ਸਪੋਜ਼ ਕਰੋ ਜੇ 35,000 ਆ ਰਿਹਾ ਤਾਂ ਤੁਸੀਂ ਉੱਪਰ ਕੋਈ ਗਲਤੀ ਕਰਕੇ ਆਏ ਹੋ, 5,000 ਦੀ ਕੋਈ ਗਲਤੀ ਕਰਕੇ ਆਏ ਹੋ। ਉਹ ਤੁਹਾਨੂੰ ਟ੍ਰਾਂਜੈਕਸ਼ਨ 'ਚ ਪਤਾ ਲੱਗ ਜਾਏਗਾ। ਟ੍ਰਾਂਜੈਕਸ਼ਨ ਕਿਵੇਂ ਪਤਾ ਲੱਗ ਜਾਏਗਾ? ਜਦੋਂ ਤੁਸੀਂ ਕੋਈ ਜਨਰਲ ਐਂਟਰੀ ਦੇਖੋਗੇ ਤੁਹਾਨੂੰ ਕੋਈ 5,000 ਦੀ ਅਮਾਊਂਟ ਮਿਲ ਜਾਏਗੀ, ਬਟ ਤੁਹਾਨੂੰ ਉਹ ਲੈਜਰ ਵਿੱਚ ਪੋਸਟ ਕੀਤੀ ਹੋਈ ਆ ਹਰੇਕ, ਮਤਲਬ ਦੋਨੋਂ ਪਾਸੇ ਉਹਦਾ ਇਫੈਕਟ ਨਾ ਦਿਖਾਉਣ ਕਰਕੇ ਉਹ ਤੁਹਾਨੂੰ ਪਤਾ ਲੱਗ ਜਾਏਗਾ ਕਿ ਮੈंने ਇੱਕ ਅਕਾਊਂਟ 'ਚ ਉਹਦਾ ਇਫੈਕਟ ਦਿਖਾਇਆ, ਦੂਜੇ ਅਕਾਊਂਟ 'ਚ ਉਹਦਾ ਇਫੈਕਟ ਨਹੀਂ ਦਿਖਾਇਆ, ਠੀਕ ਹੈ ਨਾ ਫਰੈਂਡਸ। ਅਤੇ ਜੇ ਸਪੋਜ਼ ਕਰੋ, ਇਹ ਤਾਂ ਮੈਂ ਤੁਹਾਨੂੰ ਇੱਕ ਛੋਟੀ ਐਗਜ਼ਾਮਪਲ ਦਿੱਤੀ। ਜੇ ਕਿਸੇ ਦਾ ਵੱਡਾ ਬਿਜ਼ਨਸ ਹੈ ਅਤੇ ਉਹਦੇ ਅਕਾਊਂਟਸ ਮਤਲਬ ਉਸ ਕੋਲ ਟਾਈਮ ਨਹੀਂ ਹੈ, ਉਹਦਾ ਖਾਤਾ ਨਹੀਂ ਮਿਲ ਰਿਹਾ, 5,000 ਦਾ ਸਪੋਜ਼ ਕਰੋ ਉਹਦਾ ਨਹੀਂ ਮਿਲ ਰਿਹਾ, ਤਾਂ ਉਹ ਕੀ ਕਰੇਗਾ? ਹਾਲੇ ਜੋ ਟਾਈਮ ਨਹੀਂ ਹੈ ਹਾਲੇ, ਤਾਂ ਉਹ ਉਸ ਨੂੰ ਪੂਰਾ ਟੋਟਲ ਤਾਂ ਕਰੇਗਾ, ਪੂਰੀ ਅਮਾਊਂਟ ਦਾ ਹੀ ਕਰੇਗਾ। ਉਰੇ ਸਸਪੈਂਸ ਅਕਾਊਂਟ ਪਾ ਕੇ ਨਾ ਉਹ ਅਮਾਊਂਟ ਪਾ ਦੇ। ਸਸਪੈਂਸ ਅਕਾਊਂਟ ਮਤਲਬ ਕਿ ਹਾਲੇ ਮੈਨੂੰ ਸ਼ੋਰ ਨਹੀਂ ਹੈ ਕਿ ਕਿਹੜੀ ਅਮਾਊਂਟ ਹੈ, ਸਸਪੈਂਸ ਵਿੱਚ ਹੈ, ਤਾਂ ਉਹ ਅਮਾਊਂਟ ਪਾ ਕੇ ਇਸਨੂੰ ਟੋਟਲ ਕਰ ਦੇਗਾ, ਉਹ ਬਾਅਦ 'ਚ ਦੇਖੇਗਾ, ਠੀਕ ਹੈ ਨਾ ਫਰੈਂਡਸ। ਅੱਜ ਅਸੀਂ ਟਰਾਇਲ ਬੈਲੈਂਸ ਪੂਰਾ ਸਮਝਿਆ, ਅਤੇ ਜਿਨ੍ਹਾਂ ਨੇ ਨੋਨ ਕਮਰਸ ਸਟੂਡੈਂਟ ਉਹਨਾਂ ਨੂੰ ਮੈਂ ਅੱਜ ਅਕਾਊਂਟ ਵੀ ਸਮਝਾਇਆ। ਇਹ ਨਾਲ ਮੈਂ ਦੁਬਾਰਾ ਹੀ ਸਮਝਾਉਂਦਾ ਰਹਾਂਗਾ। ਜਿੰਨੀ ਵਾਰੀ ਮੈਂ ਲੈਕਚਰਸ ਕਰਾਵਾਂਗਾ ਨਾ ਉਨੀ ਵਾਰੀ ਮੈਂ ਬਾਰ ਇੱਕ ਵਾਰੀ ਬੇਸਿਕ ਦੁਬਾਰਾ ਸਮਝਾਉਂਦਾ ਰਹਾਂਗਾ, ਤਾਂ ਕਿ ਤੁਹਾਡੇ ਅੰਦਰ ਬੈਠ ਜਾਵੇ ਗੱਲ, ਅਕਾਊਂਟਸ ਬੈਠ ਜਾਵੇ, ਠੀਕ ਹੈ ਨਾ ਫਰੈਂਡਸ। ਮੇਰੀ ਡਿਊਟੀ ਹੈ ਸਮਝਾਉਣੀ, ਤੁਸੀਂ ਬਿਲਕੁਲ ਚਿੰਤਾ ਨਾ ਕਰੋ, ਠੀਕ ਹੈ ਫਰੈਂਡਸ। ਅੱਜ ਅਸੀਂ ਟਰਾਇਲ ਬੈਲੈਂਸ ਤੱਕ ਸਮਝਿਆ, ਉਸ ਤੋਂ ਬਾਅਦ ਟ੍ਰੇਡਿੰਗ ਐਂਡ PL ਅਕਾਊਂਟ ਸਟਾਰਟ ਹੋਏਗਾ,
ठीक है ना फ्रेंड। अज असीं MCQ नहीं लिते क्योंकि असें कुछ बेसिक दोबारा भी समझाना सी। नॉन कॉमर्स स्टूडेंट वाले कुछ नहीं समझ आया तो मैं उन्होंने दोबारा समझा रहा सी। ठीक है फ्रेंड्स। तो जे तुहानूं लैक्चर चंगा लग्या होवे तो बिल्कुल मैं रिक्वेस्ट है मेरी कि तुसीं इहनूं शेयर जरूर करियो, लाइक जरूर करियो। जे तुहानूं कोई प्रॉब्लम आती कमेंट भी करियो। तो तुहानूं लैक्चर च वीडियो कोई प्रॉब्लम आई होवे तो मेरे वालों माफ़ी। ठीक है फ्रेंड्स, थैंक यू।